राम नाम ਦੀ ਗੱਲ ਸ਼ੁਰੂ ਕੀਤੀ ਹੋਈ ਆਪਾਂ। ਅਸਲ 'ਚ ਰਾਮ ਨਾਮ ਹੁੰਦਾ ਕੀ ਹੈ? ਰਾਮ ਨਾਮ ਲੋਕ ਕਹਿੰਦੇ ਨੇ। ਰਾਮ ਆਪਣੇ ਆਪ 'ਚ ਨਾਮ ਹੈ। ਰਾਮ ਸ਼ਬਦ ਨਾਮ ਹੈ, ਕਿਸੇ ਦਾ ਨਾਮ ਹੈ। ਜਾਂ ਰਾਮ ਕਾ ਨਾਮ ਆਪਾਂ ਕਹਾਂਗੇ, ਇਹਦਾ ਮਤਲਬ ਹੈ ਨਾਮ ਦਾ ਵੀ ਕੋਈ ਨਾਮ ਹੁੰਦਾ। ਰਾਮ ਤਾਂ ਆਪਣੇ ਆਪ ਵਿੱਚ ਨਾਮ ਹੈ, ਨਾਮ ਦਾ ਕੀ ਨਾਮ ਹੋਊਗਾ? राम के नाम तो मतलब है जो राम है उसका नाम, वहाँ नाम का भी नाम मतलब है। नाम तो ज्ञान की हुंदा है, नाम तो सोझी हुंदी है। जिवें बेगमपुरा शहर को ना लिखे, बेगमपुरा एक लफ्ज घड़िया है नवा। ਇਹ ਸ਼ਬਦ ਕੱਢਿਆ ਸੱਚੀ ਟਕਸਾਲ ਦਾ। ਸੱਚੀ ਟਕਸਾਲ ਦਾ ਸ਼ਬਦ ਉਹ ਹੁੰਦਾ ਹੈ, ਭਗਤਾਂ ਕੋਲ ਸੱਚੀ ਟਕਸਾਲ ਹੈ, ਜਿਹਦਾ ਕੋਲ ਕੋਈ ਅਰਥ ਹੋਵੇ, ਸਹੀ ਮਾਇਨੇ 'ਚ ਅਰਥ ਹੋਵੇ। ਬੇਗਮਪੁਰਾ ਉਹ ਸਥਾਨ, ਉਹ ਅਵਸਥਾ, ਉਹ ਜਗ੍ਹਾ ਜਿੱਥੇ ਕੋ ਜਾ ਕੇ ਕੋਈ ਗਮ ਨਹੀਂ ਰਹਿੰਦਾ। ਗਮ ਤੋਂ ਰਹਿਤ, गम तो रहत कोई जगह भी हो सकती है, कोई अवस्था। संसार तो कोई ऐसी जगह नहीं जिथे गम ना हो। हुण संतां ने बेगमपुरे संसार च बनाउण लग गए। आदमी दी आत्मा या मन है, जिहड़ा साडा मन बुद्धि है, वो एक ऐसी जगह पहुँच जाते हैं जिथे गम तो दूर चले जाते हैं। गम थले रह जाते हैं, उपर चले जाते हैं। दुख चिंता तकलीफों सब संसार च ने। संसार तो परे जाके ही बेगमपुर है, जिथे कोई गम नहीं हुंदा, तशवीश नहीं हुंदी, चिंता नहीं हुंदी, खैरात नहीं, कोई जुगात नहीं लगती, कोई डर नहीं लगता। जो कोले कुछ नहीं है मेरा, जुगात तो उन्होंने लगू जो कुछ मेरा सौदा। महसूल दिने आप जो कोई लैके आवांगे तां ही महसूल है, जे है ही कोई कोल नहीं महसूल करदा। ਇਹਦਾ ਇੱਕ अर्थ होया लफ्ज़ का अपने आप च। ਇਹ ਤਾਂ ਸਾਨੂੰ ਕੋਈ ਸੋਝੀ ਮਿਲਦੀ ਹੈ। ਗੁਰਬਾਣੀ 'ਚ ਸ਼ਬਦ ਨੇ, ਇਹ ਸਾਰੇ ਅੱਖਰਾਂ ਦੇ ਜੋੜ ਤੋਂ ਸ਼ਬਦ ਬਣਦਾ ਹੈ। ਹਰ ਸ਼ਬਦ ਦੇ ਵਿੱਚ ਪਿੱਛੇ ਸੋਝੀ ਲੁਕੀ ਹੋਈ ਹੈ। ਅਸਲ ਦੇ ਵਿੱਚ ਸੋਝੀ ਹੋਈ ਕਰਾਈ ਹੈ ਨਾ। ਸੋਝੀ ਦਾ ਨਾਮ ਹੈ ਨਾਮ। ਸੋਝੀ ਚਾਨਣ ਹੁੰਦੀ ਹੈ, ਨਾਮ ਨੂੰ ਚਾਨਣ ਗਿਆ ਹੋਇਆ। ਗਿਆਨ ਕਿਹਾ, ਗਿਆਨ ਵੀ ਚਾਨਣ। ਜਿੱਥੇ ਕੋਈ ਚੀਜ਼ ਚਾਨਣ ਨਹੀਂ ਕਰਦੀ, ਉੱਥੇ ਨਾਮ ਚਾਨਣ ਕਰਦਾ, ਗਿਆਨ ਚਾਨਣ ਕਰਦਾ। ਪਰ ਫਿਰ ਵੀ ਲੋਕਾਂ ਨੇ ਇੱਕ ਦੀਵਾ ਬਣਾ ਲਿਆ, ਦੀਵੇ ਦੇ ਰੋਸ਼ਨ ਕਰਾਉਂਦੇ ਨੇ। ਜੋਤ ਜਦ ਕਿਹਾ, ਜੋਤ ਦਾ ਦੀਵਾ ਬਣਾ ਲਿਆ। ਹਾਲਾਂਕਿ ਕਿਹਾ ਸੀ ਨਾਮ ਤੇਰੋ ਦੀਅਰਾ, ਨਾਮ ਤੇਰੋ ਬਾਤੀ। ਤੇ ਸਾਡੇ ਤਾਂ ਦੀਵੇ ਜਿਹੜੀ ਬੱਤੀ ਹੁੰਦੀ ਹੈ ਉਹ ਰੂਹ ਦੀ ਪਾਈ ਹੋਈ ਹੁੰਦੀ ਹੈ। ਉੱਥੇ ਨਾਮ, ਉੱਥੇ ਜਿਹੜੀ ਚੀਜ਼ ਦਾ ਦੀਵਾ ਉਸੇ ਚੀਜ਼ ਦੀ ਬੱਤੀ। ਤੁਸੀਂ ਮਿੱਟੀ ਦੀ ਬੱਤੀ ਬਣਾ ਕੇ ਦੀਵਾ ਜਲਾ ਕੇ ਦਿਖਾਓ। ਜੇ ਦੀਵਾ ਮਿੱਟੀ ਦਾ ਤਾਂ ਬੱਤੀ ਮਿੱਟੀ ਦੀ, ਜੇ ਦੀਵਾ ਪਿੱਤਲ ਦਾ ਤਾਂ ਬੱਤੀ ਪਿੱਤਲ ਦੀ, ਜੇ ਦੀਵਾ ਲੋਹੇ ਦਾ ਤਾਂ ਬੱਤੀ ਲੋਹੇ ਦੀ ਬਣਾ ਜਲਾ ਕੇ ਦਿਖਾਓ। ਕੁਛ ਕਿਹਾ ਸੀ ਵੀ ਆ ਖੋਪੜੀ ਨਾਲ ਸੋਚੋ, ਵਿਚਾਰੋ, ਵਿਚਾਰਿਆ ਨਹੀਂ। ਬੱਤੀ ਰੂੰਦੀ ਹੈ, ਦੀਵਾ ਪਿੱਤਲ ਦਾ, ਵਿੱਚ ਤੇਲ ਪਾ ਲਿਆ। ਤੇਲ ਦੇ ਤੋਂ ਤਤ ਗਿਆਨ ਪਾਇਆ ਹੋਇਆ। ਤਤ ਤੇਲ, ਤਤ ਗਿਆਨ। ਨਾਮ ਕੀਆ ਬਾਤੀ। ਬਾਤੀ ਦਾ ਮਤਲਬ ਇੱਥੇ ਬਾਤ, ਗੱਲਬਾਤ ਹੈ, ਜੋ ਮੂੰਹ ਤੋਂ ਬੋਲੇ ਉਹ ਬਾਤ ਹੈ। ਬੱਤੀ ਨਹੀਂ ਹੈ ਉਹ। ਬੱਤੀ ਵੀ ਨਹੀਂ ਕਹਿੰਦੇ, ਉਹਨੂੰ ਬੱਟੀ ਕਹਿੰਦੇ ਨੇ। ਟੈਂਕੇ ਨਾਲ ਹੁੰਦੀ ਆ। ਮਾਝੇ ਸਾਰੇ ਬੱਟੀਓ ਬੋਲਦੇ ਨੇ, ਬੱਤੀ ਆਪਾਂ ਹੀ ਕਹਿੰਦੇ ਹਾਂ। ਉੱਥੇ ਬਾਤੀ ਲਫ਼ਜ਼ ਵਰਤਿਆ। ਆਪਾਂ ਗੱਲਬਾਤ ਨਹੀਂ ਕਹਿੰਦੇ।
ਗਿਆਨ ਬਿਨਾ ਬਾਤ ਤੇ ਬਾਤੀ ਤੇ ਦੂਏ ਨੂੰ ਚਾਨਣ ਦੂਏ ਦੇ ਅੰਦਰ ਕਰੇ ਨਹੀਂ ਸਕਦਾ। ਜੇ ਆਦਮੀ ਗਿਆਨਵਾਨ ਬੋਲੂ ਨਹੀਂ ਤਾਂ ਗਿਆਨ ਪ੍ਰਗਟ ਨਹੀਂ ਹੁੰਦਾ, ਚਾਨਣ ਨਹੀਂ ਦਿੰਦਾ ਕਿਸੇ ਨੂੰ ਦਊਗਾ। ਆ ਗੱਲ ਕਹੀ ਜੀ, ਕਿਹਾ ਕੁਛ ਸੀ, ਸਮਝ ਲਿਆ ਕੁਛ, ਕਰ ਲਿਆ ਉਹੀ ਜੋ ਸਮਝਿਆ ਸੀ। ਜਿਹੜੀ ਜੋਤ ਜਗਾਉਂਦੇ ਨੇ ਗੁਰਦੁਆਰਿਆਂ 'ਚ, ਉਹ ਤਾਂ ਜੋਤ ਮੰਦਰਾਂ ਵਾਲੀ ਹੈ। ਜੋਤ ਤਾਂ ਕਹਿੰਦੇ ਨੇ ਮਿਸ਼ਨਰੀ ਨਾ ਜਗਾਓ, ਜੋਤ ਸਮਝਾਉਂਦੇ ਜੇ ਮਿਸ਼ਨਰੀ ਵੀ ਇਹ ਜੋਤ ਆਹ ਹੁੰਦੀ ਹੈ, ਉਹ ਆਹ ਹੁੰਦੀ ਹੈ, ਫਿਰ ਆਪੇ ਹਟ ਜਾਂਦੇ। ਪਤਾ ਉਹਨਾਂ ਨੂੰ ਵੀ ਨਹੀਂ, ਜਿਹੜੇ ਰੌਲਾ ਪਾਉਂਦੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਗੱਲ ਕੀ ਹੈ। ਤੁਸੀਂ ਸਮਝਾਓ, ਜਗਾਉਂਦੇ ਰਹੋ ਜੋਤ, ਕੀ ਫਰਕ ਪੈ ਗਿਆ। ਪਰ ਦੂਈ ਜੋਤ ਸਮਝਾ ਦਿਓ ਵੀ ਦੂਈ ਆ ਹੈ। ਜਦ ਇੱਥੇ ਚਾਨਣ ਹੁੰਦੇ ਆ, ਗੁਰਬਿਰ ਘੋਰ ਆਧਾਰ ਹੈ। ਗੁਰ ਦਾ ਅਰਥ ਇੱਥੇ ਜੇ ਆਦਮੀ ਲਾ ਲਿਆ ਤਾਂ ਹੀ ਅਸੀਂ ਮਾਰ ਖਾਧੀ ਹੈ। ਗੁਰ ਦਾ ਅਰਥ ਇੱਥੇ ਗਿਆਨ ਲਾਉਣਾ ਸੀ। ਗਿਆਨ ਬਿਨਾਂ ਹਨੇਰਾ ਅੰਦਰ ਸਾਡੇ, ਅਗਿਆਨਤਾ ਦਾ ਹਨੇਰਾ ਹੁੰਦਾ। ਜਿੱਥੇ ਅਗਿਆਨਤਾ ਦਾ ਹਨੇਰਾ, ਗਿਆਨ ਉੱਥੇ ਚਾਨਣ ਹੁੰਦਾ। ਇਸੇ ਕਰਕੇ ਗੁਰ ਗਿਆਨ ਪਦਾਰਥ ਨਾਮ ਹੈ ਕਿ ਇਹ ਗਿਆਨ ਪਦਾਰਥ ਹੈ ਨਾ ਗੁਰਬਾਣੀ 'ਚ, ਉਹੀ ਨਾਮ ਹੈ। ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੋਂ ਦੇ ਦ੍ਰਿੜਾਏ। ਹਰ ਨਾਮੋਂ ਦੇ ਦ੍ਰਿੜਾਏ। ਨਾਮਾ ਨਾਮੋ ਕਿਹਨੂੰ ਕਿਹਾ? ਜਿਹੜਾ ਜੀਵ ਆਤਮਾ ਉਹਨੂੰ, ਜਿਹਨੂੰ ਨਾਮ ਦੀ ਭੁੱਖ ਲੱਗਿਆ ਹੋਵੇ, ਉਹ ਨਾਮਾ ਹੁੰਦਾ। ਨਾਮਾ ਕਾਹਦਾ ਹੈ? ਜਿਵੇਂ ਰਾਮਦਾਸ ਕੌਣ ਹੈ? ਜਾ ਕੇ ਹਿਰਦੇ ਪਰਬ੍ਰਹਮ ਦਾ ਨਿਵਾਸ। ਜਦੋਂ ਹਿਰਦੇ 'ਚ ਪਰਬ੍ਰਹਮ ਦਾ ਨਿਵਾਸ ਹੋਵੇ, ਉਹ ਰਾਮਦਾਸ ਹੁੰਦਾ। ਜਿਹਨੂੰ ਨਾਮ ਦੀ ਭੁੱਖ ਲੱਗਿਆ ਹੋਇਆ, ਨਾਮਾ ਹੁੰਦਾ। ਹੁਣ ਉਹ ਨਾਮਾ ਨਾਮਦੇਵ ਨਾ ਰਹਿ ਗਿਆ, ਸਾਰੇ ਰਾਮੇ ਨੇ, ਸਾਰੇ ਰਾਮਦਾਸ ਨੇ। ਇਹ ਗੁਰਬਾਣੀ ਦੀ ਭਾਸ਼ਾ ਹੈ। ਇੱਕ ਜੋ ਵੀ ਜਿੰਨੇ ਨਾਂ ਹੁੰਦੇ ਨੇ, ਉਹਦੇ ਪਿੱਛੇ ਕੁਛ ਗਿਆਨ ਹੁੰਦਾ, ਉਹਦੇ ਪਿੱਛੇ ਕੁਛ ਸੋਝੀ ਹੁੰਦੀ ਹੈ। ਜਿਵੇਂ ਦਿਆਲੂ ਕਹਿਤਾ, ਕਿਰਪਾਲੂ ਕਹਿਤਾ, ਕੁਛ ਸੋਝੀ ਹੈ ਨਾ ਪਿੱਛੇ। ਕਹਿੰਦਾ ਵੀ ਬੜਾ ਦਿਆਲੂ ਆਦਮੀ ਹੈ, ਤਾਂ ਬੜਾ ਕਿਰਪਾਲੂ ਹੈ, ਬੜਾ ਸੱਜਣ ਆਦਮੀ ਹੈ। ਦੂਜੇ ਪਾਸੇ ਕਹਿ ਦਈਏ ਤਾਂ ਜੀ ਬੜਾ ਕਰੂਅਲ ਹੈ, ਤਾਂ ਬੜਾ ਜ਼ਾਲਮ ਹੈ। ਦੇਖੋ ਦੋਹਾਂ ਆਦਮੀਆਂ 'ਚ ਫਰਕ ਹੈ, ਨਕਸ਼ਾ ਅੱਡ ਅੱਡ ਬਣਿਆ ਦੋਹਾਂ। ਇੱਕ ਜ਼ਾਲਮ ਹੈ, ਇੱਕ ਦਿਆਲੂ, ਅੱਡ ਅੱਡ ਹੋ ਗਏ ਨਾ ਦੋਵੇਂ। ਲਫ਼ਜ਼ ਬੋਲਿਆ ਨਾ ਦਿਆਲੂ, ਪਰਮੇਸ਼ਰ ਦਿਆਲੂ ਹੈ, ਕਿਰਪਾਲੂ ਹੈ। ਪਰਮੇਸ਼ਰ ਦੇ ਹਿਰਦੇ ਦਾ ਪਤਾ ਲੱਗਾ, ਤਾਂ ਹਿਰਦਾ ਕੈਸਾ ਕੋਮਲ ਹੈ। ਔਰ ਜਿਹੜਾ ਆਦਮੀ ਕਰੂਅਲ ਹੈ, ਉਹਦਾ ਹਿਰਦਾ ਪੱਥਰ ਵਰਗਾ। ਕੁਛ ਗਿਆਨ ਪਤਾ ਲੱਗਿਆ ਨਾ। ਜਿੰਨੀ ਭਾਸ਼ਾ ਹੁੰਦੀ ਹੈ, ਸਾਨੂੰ ਕੁਛ ਸਮਝਾਉਂਦੀ ਹੈ, ਲਫ਼ਜ਼ ਸਮਝਾਉਂਦੇ ਨੇ। ਇਵੇਂ ਜਿਹੜਾ ਨਾਮ ਹੈ ਕੁਛ ਸਮਝਾ ਰਿਹਾ ਸੀ। ਤਾਪੈ ਕੁਛ ਸਮਝਾ ਰਿਹਾ ਸੀ, ਜਾਪੈ ਕੁਛ ਸਮਝਾ ਰਿਹਾ ਸੀ। ਇਹ ਲਫ਼ਜ਼ ਬੋਲ ਕੇ ਕੁਛ ਸਾਨੂੰ ਸਮਝਾਇਆ ਸੀ। ਜਿਹੜੇ ਦੂਜੇ ਧਰਮ ਸੀ ਮਨਮੁੱਖਾਂ ਦੇ, ਸਾਖਤਾਂ ਦੇ ਧਰਮ, ਇਹ ਸੰਤਾਂ ਦਾ ਧਰਮ ਹੈ। ਆ ਜਿਹੜਾ ਆਪਣੇ ਗੁਰਬਾਣੀ, ਸੰਤ ਕੀ ਹੁੰਦਾ? ਸੰਤ ਉਹ ਹੈ ਜਿਹੜੇ ਸੱਚ ਜਿਉਂਦੇ ਨੇ। ਸਾਖਤ ਕੌਣ ਨੇ? ਜਿਹੜੇ ਜੰਮਦੇ ਮਰਦੇ ਨੇ। ਸਾਖਤ ਮਰੇ, ਸੰਤ ਸਭ ਜੀਵ। ਸੰਤ ਸਾਰੇ ਹੀ ਜਿਉਂਦੇ ਰਹਿੰਦੇ ਨੇ। ਸਾਖਤ ਜਿੰਨਾ ਵੱਡਾ, ਕੋਈ ਸਾਖਤ ਵੱਡਾ ਤੋਂ ਵੱਡਾ ਅਵਤਾਰ ਬਣ ਲਵੇ, ਉਹਨੂੰ ਚਾਹੇ ਗੁਰੂ ਬਣਾ ਲੈਣ, ਉਹ ਮਰੂਗਾ ਹੀ ਮਰੂਗਾ। ਕੋਈ ਸਾਖਤ ਕਹਿੰਦੇ ਨੇ ਮਰੇ ਤੇ ਬਾਅਦ ਮੁਕਤੀ ਮਿਲਣੀ ਹੈ, ਤਾਂ ਮਰਦੇ ਨੇ ਮਰੇ ਤੇ ਬਾਅਦ ਮੁਕਤੀ ਮਿਲਣੀ ਹੈ। ਜਦ ਮਰੇ ਤੇ ਬਾਅਦ ਮੁਕਤੀ ਮਿਲਣੀ, ਉਹਨੇ ਮਰਨਾ ਤਾਂ ਹੈ ਹੀ ਹੈ। ਬਾਅਦ ਚਾਹੇ ਮੁਕਤੀ ਮਿਲੇ, ਚਾਹੇ ਉਹਨੂੰ ਕੁਛ ਮਿਲੇ, ਕੋਈ ਨਾ ਮਿਲੇ, ਉਹ ਜਾਣ ਬਾਅਦ 'ਚ ਕੀ ਮਿਲੂਗਾ, ਕੀ ਨਾ ਮਿਲੂਗਾ। ਰਾਧਾ ਸੁਆਮੀ ਕਹਿੰਦੇ ਨੇ ਸਾਡੇ ਗੁਰੂ ਨੇ ਬਾਂਹ ਫੜ ਕੇ ਲੈ ਜਾਣੀ ਹੈ। ਕੀ ਲੋੜ ਹੈ ਫਿਰ ਉਹਨਾਂ ਨੂੰ, ਜਾਂ ਗੁਰੂ ਨੇ ਬਾਂਹ ਫੜ ਕੇ ਲੈ ਜਾਣੀ ਹੈ?
ਧਰਮ ਕਮਾਉਣ ਦੀ ਕੀ ਲੋੜ ਹੈ? ਗੁਰੂ ਨੇ ਬਾਂਹ ਫੜ ਕੇ ਲੈ ਜਾਣਾ। ਨਾਲੇ ਬਾਂਹ ਉਦੋਂ ਰਹਿਣੀ ਹੈ, ਬਾਂਹ ਰਹੇ ਨਾ ਰਹੇ ਉਹ ਤਾਂ ਗੱਲ ਅਲੱਗ ਹੈ, ਪਰ ਵਿਸ਼ਵਾਸ ਤਾਂ ਝੂਠਾ ਦਵਾਤਾ। ਫਰਾਡ ਤਾਂ ਕਰ ਲਿਆ ਨਾ ਆਦਮੀ ਨਾ। ਗੁਰਬਾਣੀ 'ਚ ਕਿੱਥੇ ਗੱਲ ਕਹੀ ਹੈ ਵੀ ਆਦਮੀ ਆਦਮੀ ਦੀ ਬਾਂਹ ਫੜ ਕੇ ਲੈ ਜੂ? ਇਹ ਸਾਖਤਾਂ ਦੀਆਂ ਮੱਤਾਂ ਨੇ। ਪੜ੍ਹਨੀ ਗੁਰਬਾਣੀ, ਗੱਲਾਂ ਕਰਨੀਆਂ ਦੋ ਉਲਟ, ਜਾਣ ਬੁੱਝ ਕੇ ਕੀਤੀਆਂ ਨੇ। ਇਹ ਨਹੀਂ ਉਹ ਜਾਣਦੇ ਨਹੀਂ ਸੀ ਬੰਦਿਆਂ ਨੂੰ ਨਾਲ ਕਿਵੇਂ ਜੋੜਦੇ। ਆਦਮੀ ਚਾਹੁੰਦਾ ਮੈਨੂੰ ਕੁਛ ਨਾ ਕਰਨਾ ਪਵੇ, ਮੈਨੂੰ ਕੀਤਾ ਖਰਾਇਆ ਮਿਲ ਜਾਵੇ। ਅੱਲਾਹ ਚਾਹੁੰਦੀ ਹੈ ਸਾਨੂੰ ਪਿਓ ਕਮਾਈ ਕਰਕੇ ਦੇ ਦੇਵੇ, ਇੰਨਾ ਕਮਾ ਕੇ ਦੇ ਦੇਵੇ ਅਸੀਂ ਸਾਨੂੰ ਕਰਨਾ ਨਾ ਪਵੇ, ਅਸੀਂ ਅੜਾਉਣ ਤੇ ਰਹੀਏ, ਅਰੋ ਮੁੱਕੇ ਨਾ। ਇਹ ਪ੍ਰਵਿਰਤੀ ਹੈ ਮਨ ਦੀ ਸੋਚ ਹੈ, ਸੁਭਾਅ ਹੈ ਇਹਦਾ। ਜਿਹੜਾ ਇਹੋ ਜਿਹਾ ਲਾਰਾ ਲਾਵੇ ਇਹਨਾਂ ਨੂੰ ਤੁਹਾਨੂੰ ਵਾਧੂ ਦਊਗਾ, ਉਹਦੇ ਮਗਰ ਸਾਰੇ ਲੱਗ ਜਾਂਦੇ ਨੇ। ਮਨ ਦੇ ਸੁਭਾਅ ਅਨੁਸਾਰ ਜਿਹੜੇ ਪ੍ਰਚਾਰ ਹੋ ਰਿਹਾ ਹੈ ਮਤਾਂ ਦਾ, ਉਹਦੇ ਮਗਰ ਲੋਕ ਜ਼ਿਆਦਾ ਲੱਗਦੇ ਨੇ। ਇਸ ਕਰਕੇ ਕਬੀਰ ਮਗਰ, ਭਗਤਾਂ ਮਗਰ ਨਹੀਂ ਕੋਈ ਲੱਗਿਆ। ਭਗਤਾਂ ਦੇ ਕੋਈ ਜ਼ਿਆਦਾ ਦੇਰ ਪਿੱਛੋਂ ਗੁਰੂ ਨਾਨਕ ਦਾ ਜਨਮ ਨਹੀਂ ਹੋਇਆ, ਬਹੁਤਾ ਨਹੀਂ ਚੱਲਿਆ। ਮੇਰਾ ਖਿਆਲ ਆ ਕੋਈ 50-40 ਸਾਲ ਦਾ ਫਰਕ ਹੋਊ, 60 ਦਾ ਹੋਊ। ਇੰਨਾ ਕੁ ਜ਼ਰੂਰ ਹੈਗਾ, ਕੋਈ ਭਗਤ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਨਹੀਂ ਹੈਗਾ। ਕੋਈ ਗੱਲ ਕਰਨ ਵਾਲਾ ਨਹੀਂ ਸੀ, ਪੂਰੀ ਸਹੀ ਸਮਝ ਕਿਸੇ ਨੂੰ ਨਹੀਂ ਸੀ। ਗੁਰੂ ਭਗਤਾਂ ਦੀ ਬਾਣੀ ਦੀ, ਗੁਰਮਤਿ ਦੇ ਮਾਰਗ ਦੀ ਕਿਸੇ ਨੂੰ ਸੋਝੀ ਨਹੀਂ ਸੀ। ਗੁਰੂ ਨਾਨਕ ਨੇ ਆਪਣੀ ਬੁੱਧੀ ਨਾਲ ਸਮਝਿਆ, ਆਪਣੀ ਬੁੱਧੀ ਨਾਲ ਜੋ ਸੀ, ਜਿਵੇਂ ਕਬੀਰ ਕੋਲ ਸੀ ਬੁੱਧੀ, ਆਪਣੇ ਬੁੱਧ ਵੱਲ ਨਾਲ ਜੋ ਸੀ ਪਿਛਲੇ ਜਨਮ ਦੀ ਇਹਨਾਂ ਕੋਲ, ਉਹਦੇ ਨਾਲ ਬਾਣੀ ਸਮਝਦੇ ਸਾਰੇ। ਛੋਟੀ ਉਮਰ 'ਚ ਸਮਝਿਆ, ਕਿਸੇ ਤੋਂ ਵੀ ਨਹੀਂ ਸਮਝਿਆ। ਇਹ ਵੀ ਗੱਲ ਕਿਸੇ ਤੋਂ ਨਹੀਂ ਸਮਝਿਆ ਗੁਰੂ ਨਾਨਕ। ਜੇ ਕਿਸੇ ਤੋਂ ਸਮਝਦਾ, ਦੂਆ ਦੱਸੋ ਕੌਣ ਸੀ? ਦੂਏ ਦੀ ਬਾਣੀ ਵੀ ਚਾਹੀਦੀ ਹੈ ਨਾਲ। ਜਿਵੇਂ ਕਬੀਰ ਤੋਂ ਰਾਮਾਨੰਦ ਨੇ ਸਮਝਿਆ, ਰਾਮਾਨੰਦ ਦਾ ਇੱਕ ਸ਼ਬਦ ਆ, ਕਬੀਰ ਦੇ ਕਿੰਨੇ ਨੇ। ਰਾਮਾਨੰਦ ਦਾ ਸਿਰਫ ਇੱਕੋ ਹੀ ਗੱਲ ਹੈ, ਉਹਦੀ ਇਹ ਮਿੱਥ ਤੋੜੀ ਹੈ ਵੀ ਮੂਰਤੀ 'ਚ ਹੁੰਦਾ ਬਸ। ਜਾਂਦਾ ਸੀ ਨਾ ਮੂਰਤੀ ਪੂਜਾ ਕਰਨ ਮੰਦਰ 'ਚ, ਉਹਨੇ ਇਹ ਕਹਿਤਾ ਵੀ ਉੱਥੇ ਨਹੀਂ ਹੁੰਦਾ, ਬਾਕੀ ਸਾਰੀ ਗੱਲ ਜਾਣਦਾ ਸੀ। ਉਹਨੂੰ ਜਾਤ ਤੋਂ ਛੱਡ ਕੇ ਜੋਤ ਤੇ ਲਿਆਂਦਾ, ਸਿਰਫ ਹੋਰ ਕੁਛ ਨਹੀਂ। ਵੀ ਮੂਰਤੀ ਹੈ ਸਰੀਰ ਦੀ, ਗੱਲ ਕਰਨੀ ਆਤਮਾ ਦੀ। ਉਹਦੇ ਸਰੀਰ ਦੇ ਵਿੱਚ ਹੈ, ਮੂਰਤੀ ਵਿੱਚ ਹੈ ਨਹੀਂ, ਸਰੀਰ 'ਚ ਹੈਗਾ। ਦੇਖੋ ਜਿਹਨੂੰ ਪੂਜਣ ਜਾਂਦਾ ਆਪਣੇ ਅੰਦਰ ਹੈ, ਜੜ ਨੂੰ ਪੂਜਣ ਜਾਂਦਾ ਚੇਤਨ। ਬੁੱਧੀ ਵੀ ਜੜੇ ਹੋਣੀ। ਇਹ ਹੈ ਉਲਝਾਵਾ, ਇਹ ਉਲਝੇ ਹੋਏ ਨੇ। ਚੱਜਾ ਉਲਝੀ ਸੁਲਝ ਨਹੀਂ ਜਾਣੇ। ਸਾਖਤਾਂ ਦੀਆਂ ਸਾਰੀਆਂ ਮੱਤਾਂ ਉਲਝੀਆਂ ਹੋਈਆਂ, ਉਲਝਿਆ ਹੋਇਆ ਨੇ। ਉਲਝਾਤੀ ਭਗਤਾਂ ਦੀ ਜਾਣ ਬੁੱਝ ਕੇ ਵੀ ਉਲਝਾਈ। ਜਿਨ੍ਹਾਂ ਦੀਆਂ ਟੈਰਾਟਰੀਆਂ ਬਣੀਆਂ ਹੋਈਆਂ ਸੀਗੀਆਂ, ਰਿਆਸਤਾਂ ਬਣੀਆਂ ਹੋਈਆਂ ਸੀਗੀਆਂ, ਰਾਜ ਬਣੇ ਹੋਏ ਸੀ, ਉਹ ਕਦੋਂ ਚਾਹੁੰਦੇ ਤੇ ਵੀ ਭਗਤ ਬਾਣੀ ਕਹਾਂ ਚੱਲੇ, ਲੋਕ ਸਾਤੋਂ ਬਾਗੀ ਹੋ ਜਾਣ। ਇਹ ਤਾਂ ਬਾਗੀ ਕਰਦੀ ਹੈ ਸਾਰਿਆਂ ਨੂੰ, ਬਾਣੀ ਦਾ ਬਗਾਵਤ ਪੈਦਾ ਕਰਦੀ ਹੈ ਬਹੁਤ ਤਕੜੀ। ਇਹ ਜਿਹੜੇ ਮਾਇਆ ਦੇ ਬੰਧਨ ਨੇ ਇਹਨਾਂ ਤੋਂ ਤੋੜਦੀ ਹੈ। ਨਾ ਦਾ ਰਾਜਾ ਚਾਹੁੰਦਾ ਸੰਸਾਰ ਦਾ ਵੀ ਬੰਧਨ ਮਾਇਆ ਦੇ ਤੋੜ ਕੇ ਬਾਹਰ ਚਲੇ ਜਾਣ ਲੋਕ। ਬੰਧਨ ਜਿਹੜੇ ਮਾਇਆ ਦੇ ਨੇ, ਇਹ ਸਾਡੇ ਅੰਦਰ ਏਕਤਾ ਨੂੰ ਭੰਗ ਕਰਦੇ ਨੇ, ਬਾਹਰਲੀ ਏਕਤਾ ਨੂੰ ਵੀ, ਸੰਸਾਰੀ ਏਕਤਾ ਨੂੰ ਵੀ ਭੰਗ ਕਰਦੇ ਨੇ। ਆਪਣੇ ਅੰਦਰ ਤਾਂ ਭੰਗ ਹੁੰਦਾ ਹੀ ਹੁੰਦਾ, ਬਾਹਰ ਵੀ ਇਹ ਡਿਫਰੈਂਟ ਕਿਸਮ ਦੀਆਂ ਪਾਰਟੀਆਂ ਨੂੰ ਬਣਾ ਦਿੰਦੇ ਨੇ। ਜਦੋਂ ਮਾਇਆ ਦਾ ਪ੍ਰਭਾਵ ਹਟ ਲੈ ਜਾਂਦਾ ਫਿਰ ਬਾਹਰ ਏਕਤਾ ਆ ਜਾਂਦੀ ਹੈ। ਜਦ ਦਿਆਲੂ ਬਣੂ ਸੁਭਾਅ, ਏਕਤਾ ਵਧੂਗੀ। ਜਾਂ ਕਿਰਪਾਲੂ ਬਣੂਗੀ, ਏਕਤਾ ਵਧੂਗੀ। ਜਾਂ ਬੈਰ ਵਿਰੋਧ ਖਤਮ ਹੋਊਗਾ, ਏਕਤਾ ਵਧੂਗੀ। ਏਕਤਾ ਵਧਣੀ ਨਾ ਤਾਂ ਇਹਨਾਂ ਮੱਤਾਂ ਵਾਸਤੇ ਲਾਹੇਵੰਦ ਹੈ, ਨਾ ਤਾਂ ਝੂਠੀਆਂ ਮੱਤਾਂ ਵਾਸਤੇ ਲਾਹੇਵੰਦ ਹੈ, ਨਾ ਸਰਕਾਰਾਂ ਵਾਸਤੇ ਲਾਹੇਵੰਦ ਹੈ। ਸਰਕਾਰਾਂ ਵੀ ਝੂਠੀਆਂ ਨੇ। ਲਾਹੇਵੰਦ ਕਿਹਦੇ ਵਾਸਤੇ? ਸੱਚੀ ਸਰਕਾਰ ਵਾਸਤੇ ਲਾਹੇਵੰਦ ਹੈ, ਪਰਮੇਸ਼ਰ ਦੇ ਘਰ ਜਿਹੜੀ ਚੱਲਦੀ।
ਉਹਦੇ ਵਾਸਤੇ ਲਾਹੇਵੰਦ ਹੈ, ਇਹ ਸੰਸਾਰ ਦੀਆਂ ਸਰਕਾਰਾਂ ਵਾਸਤੇ ਨੁਕਸਾਨਦੇਹ। ਸੰਸਾਰ ਦੀ ਸਰਕਾਰ ਕਦੇ ਨਹੀਂ ਚਾਹੁੰਦੀ ਕੋਈ ਜਥੇਬੰਦੀ ਇੰਨੀ ਮਜ਼ਬੂਤ ਹੋ ਜਾਵੇ ਕਿ ਸਰਕਾਰ ਦੀ ਸਰਦਰਦੀ ਬਣ ਜਾਵੇ। ਕਿਉਂਕਿ ਸਰਕਾਰ ਇੱਕ ਆਪ ਜਥੇਬੰਦੀ ਹੁੰਦੀ ਹੈ। ਸਰਕਾਰ ਆਪਣੇ ਆਪ 'ਚ ਇੱਕ ਜਥੇਬੰਦੀ ਹੈ, ਔਰ ਇੱਕ ਫੌਜ ਬਣਾਈ ਹੋਈ ਹੈ, ਜਥੇਬੰਦੀ ਹੈ। ਇੱਕ ਆਦਮੀ ਦੇ ਥੱਲੇ ਰੂਲ ਚੱਲਦਾ ਹੈ। ਉਹਨੇ ਇੱਕ ਪੁਲਿਸ ਬਣਾਈ ਹੋਈ ਹੈ, ਜਥੇਬੰਦੀ ਹੈ। ਫੋਰਸ ਕਿੱਥੋਂ ਇਕੱਠੀ ਕੀਤੀ ਹੈ? ਇੰਟੈਲੈਕਚੁਅਲ ਸਾਰੇ ਖਰੀਦ ਕੇ ਇਕੱਠੇ ਕੀਤੇ ਹੋਏ ਨੇ। ਬਾਹੂਬਲ ਖਰੀਦ ਕੇ ਇਕੱਠਾ ਕੀਤਾ ਹੈ। ਪੁਲਿਸ ਕੀ ਹੈ? ਫੋਰਸ ਹੈ। ਬਾਹੂਬਲ ਹੈ, ਸ਼ਕਤੀ ਹੈ। ਫੌਜ ਕੀ ਹੈ? ਸ਼ਕਤੀ ਹੈ। ਪੈਸਾ ਖਰੀਦ ਕੇ ਇਕੱਠੀ ਕੀਤੀ ਹੈ। ਪੈਸਾ ਆਪਣੇ ਆਪ 'ਚ ਬਾਹੂਬਲ ਹੈ, ਖਜ਼ਾਨਾ ਸਰਕਾਰ ਕੋਲ ਹੈ। ਜੇ ਅਸੀਂ ਕੋਈ ਵੀ ਆਦਮੀ ਜਦੋਂ ਨੌਵੇਂ ਪਾਤਸ਼ਾਹ ਉਪਦੇਸ਼ ਕਰਦੇ ਤਾਂ ਕਹਿੰਦੇ ਬਗਾਵਤ ਕਰ ਰਿਹਾ ਹੈ। ਸਰਕਾਰ ਦੇ ਪੈਰਲਲ ਇੱਕ ਫੋਰਸ ਇਕੱਠੀ ਹੋ ਰਹੀ ਹੈ, ਇੱਕ ਆਵਾਜ਼ ਇਕੱਠੀ ਹੋ ਰਹੀ ਹੈ ਜਿਹੜੀ ਧੱਕੇਸ਼ਾਹੀ ਦੇ ਖਿਲਾਫ ਹੈ। ਸਰਕਾਰ ਹੋਵੇ ਧੱਕੇਸ਼ਾਹੀ ਨਾ ਕਰੇ, ਕਿਵੇਂ ਹੋ ਜੂ? ਕੌਣ ਨਹੀਂ ਕਰਦਾ ਧੱਕਾ? ਤਹਿਸੀਲਦਾਰ ਨਹੀਂ ਕਰਦਾ, ਤਹਿਸੀਲ ਧੱਕਾ। ਥਾਣੇਦਾਰ ਧੱਕਾ ਨਹੀਂ ਕਰਦਾ। ਡਿਊਟੀ ਤੇ ਖੜਾ ਪੁਲਿਸ ਵਾਲਾ ਧੱਕਾ ਨਹੀਂ ਕਰਦਾ। ਐਵੇਂ ਗੱਡੀ ਜਾਂਦਾ ਇਕਨੋਮੀਆਂ, ਗੱਡੀ 'ਚ ਪੈਸੇ ਦੇ ਦੇ, ਫਿਰ ਕੋਈ ਇਕਨੋਮੀ ਨਹੀਂ। ਮਿਸਯੂਜ਼ ਆਫ ਪਾਵਰ ਕਰਨਾ ਸਰਕਾਰਾਂ ਦਾ ਧਰਮ ਹੁੰਦਾ। ਇਹ ਨਹੀਂ ਵੀ ਹੁਣੇ ਹੋ ਰਿਹਾ, ਹਮੇਸ਼ਾ ਹੀ ਹੁੰਦਾ ਰਹਿੰਦਾ, ਕਦੇ ਜ਼ਿਆਦਾ ਕਦੇ ਥੋੜਾ। ਉਹ ਜਿਹੋ ਜਿਹਾ ਅਫਸਰ ਹੋਵੇ, ਜਿਹੋ ਜਿਹਾ ਰਾਜਾ ਹੋਵੇ। ਰਾਜਾ ਜ਼ਿਆਦਾ ਇਮਾਨਦਾਰ ਹੈ, ਸਖਤ ਹੈ, ਮਿਸਯੂਜ਼ ਆਫ ਪਾਵਰ ਘਟ ਜਾਂਦਾ। ਜੇ ਰਾਜਾ ਆਪ ਹੋ ਜਾਏ ਤਾਂ ਮਿਸਯੂਜ਼ ਆਫ ਪਾਵਰ ਵੱਧ ਜਾਂਦਾ। ਉਹ ਰਾਜੇ ਤੇ ਡਿਪੈਂਡ ਕਰਦਾ। ਜਥਾ ਰਾਜਾ ਤਥਾ ਪ੍ਰਜਾ। ਗੁਰਮਤਿ ਨੂੰ ਕੋਈ ਬਰਦਾਸ਼ਤ ਨਹੀਂ ਕਰੂਗਾ ਸੰਸਾਰ 'ਚ। ਮਨਮੱਤਾਂ ਦਾ ਮੇਲ ਸਰਕਾਰ ਨਾਲ ਖਾ ਜਾਂਦਾ। ਮਨਮੱਤਾਂ ਧਰਮ ਦੇ ਨਾਂ ਤੇ ਹੀ ਧੜੇ ਬਣੇ ਹੋਏ ਨੇ। ਮਨਮੱਤਾਂ ਕੀ ਨੇ? ਸਾਰੇ ਧੜੇ ਨੇ ਧਰਮ ਦੇ ਨਾਂ ਤੇ। ਗੁਰਮਤਿ ਵੀ ਇੱਕ ਧੜਾ ਹੈ। ਧੜੇ ਦੀ ਗੱਲ ਕੀਤੀ ਹੈ ਨਾ ਗੁਰਮਤਿ 'ਚ। ਪਰ ਇਹ ਧੜਾ ਕਿਹਦੇ ਨਾਲ? ਇਹ ਪਰਮੇਸ਼ਰ ਨਾਲ ਧੜਾ, ਸੱਚ ਨਾਲ ਧੜਾ ਹੈ। ਝੂਠ ਉਹਨਾਂ ਦੇ ਝੂਠ, ਸਾਖਤਾਂ ਦੇ ਝੂਠ ਨਾਲ ਧੜੇ ਨੇ। ਆਪਸ ਵਿੱਚ ਹੀ ਲੱਗਦੀ ਹੈ। ਗੁਰਮਤਿ ਦੀ ਕਿਸੇ ਨਾਲ ਨਹੀਂ ਲੱਗਦੀ। ਨਾ ਕੋਈ ਬੈਰੀ ਨਾ ਬਗਾਨਾ। ਪਰਮੇਸ਼ਰ ਦੇ ਸਾਰੇ ਨੇ। ਇੱਕ ਪਿਤਾ ਇੱਕ ਸਕੇ ਮਾਰਗ ਬੈਰੀ ਬਗਾਨਾ। ਇੱਥੇ ਹੈ ਕੌਣ? ਸਿੱਖ ਕੋਈ ਕੌਮ ਨਹੀਂ, ਕੌਮ ਧੜਾ ਹੈ। ਕੌਮ ਧੜੇ ਦਾ ਨਾਮ ਹੈ। ਜੇ ਸਿੱਖ ਕੌਮ ਇੱਕ ਧੜਾ ਵੱਖਰਾ ਹੈ। ਜੇ ਸਾਡਾ ਧੜਾ ਹੈ ਨਹੀਂ, ਜਾਂ ਗੁਰਬਾਣੀ ਕਹਿੰਦੀ ਸਾਡਾ ਕੋਈ ਧੜਾ ਹੀ ਨਹੀਂ, ਤੇ ਕੌਮ ਕਿਵੇਂ ਹੋਊਗੀ? ਜੇ ਇਹ ਕੌਮ ਹੈ, ਬਾਕੀ ਕੌਮਾਂ ਨੇ ਧੜਾ ਤਾਂ ਹੋ ਗਿਆ। ਬਾਕੀ ਵੀ ਕੌਮਾਂ ਨੇ, ਇਹ ਵੀ ਕੌਮ, ਧੜਾ ਤਾਂ ਹੋ ਗਿਆ। ਫਿਰ ਅਸੀਂ ਪੜ੍ਹੀ ਹੈ ਬਾਣੀ, ਨਕਲ ਕੀਤੀ ਹੈ ਦੂਜੀਆਂ ਮੱਤਾਂ ਦੀ। ਦੂਜੀਆਂ ਮੱਤਾਂ ਨੇ ਸਾਡੀ ਨਕਲ ਕਰਨੀ ਸੀ, ਅਸੀਂ ਤਾਂ ਉਹਨਾਂ ਦੀ ਕਰਦੇ ਹਾਂ। ਈਸਾਈ ਐਂ ਕਰਦੇ ਨੇ, ਆਪਾਂ ਐਂ ਕਰੀਏ। ਉਹ ਫਲਾਣੇ ਆਏ ਨੇ ਪੈਸੇ ਇਕੱਠੇ ਕਰਕੇ ਆਪਣੇ ਲੋਕਾਂ ਨੂੰ ਐਂ ਪੜ੍ਹਾਉਂਦੇ ਨੇ, ਆਪਾਂ ਐਂ ਪੜ੍ਹਾਈਏ। ਇਹ ਗੁਰਮਤਿ ਹੈ ਕਿ ਵਿਦਵਾਨ ਨੇ? ਉਹ ਜਿਹੋ ਜਿਹਾ ਮੈਂ ਹੋਊਗਾ, ਮੇਰੀ ਵਿਚਾਰਧਾਰਾ ਹੋਊਗੀ, ਉਹੋ ਜਿਹੀ ਵਿਚਾਰਧਾਰਾ ਦਾ ਮੈਂ ਵਿਚਾਰ ਕਰੂੰਗਾ। ਜੇ ਮੈਂ ਹੀ ਗੁਰਮਤਿ ਨਾਲ ਜੁੜਿਆ ਹੋਇਆ ਨਹੀਂ। ਜਿਹੜੇ ਲੋਕ, ਅਸੀਂ ਬੜੇ ਬੜੇ ਅਮੀਰ ਆਦਮੀ ਜਿਹਨਾਂ ਦੇ ਕਾਰੋਬਾਰ ਚੰਗੇ ਨੇ, ਉਹਨਾਂ ਨੂੰ ਗੁਰਦੁਆਰੇ ਪ੍ਰਬੰਧ 'ਚ ਲੈ ਲੈਂਦੇ ਆ। ਉਹ ਗੁਰਦੁਆਰੇ ਨੂੰ ਅਮੀਰ ਬਣਾ ਦਿੰਦੇ ਨੇ। ਆਪ ਅਮੀਰ ਬਣੇ ਨੇ, ਟੈਕਨੀਕ ਉਹਨਾਂ ਨੂੰ ਆਉਂਦੀ ਹੈ, ਗੁਰਦੁਆਰਾ ਅਮੀਰ ਬਣ ਜਾਂਦਾ। ਇਹੀ ਉਹ ਜਾਣਦੇ ਨੇ। ਗੁਰਦੁਆਰੇ ਪੱਥਰ ਲਾ ਦੇਣਗੇ, ਪਾਲਕੀ ਸੋਨੇ ਦੀ ਬਣਾ ਦੇਣਗੇ, ਉਹ ਇਹੀ ਜਾਣਦੇ ਨੇ। ਪਰ ਜੇ ਕੋਈ ਗੁਰਮੁਖ ਆ ਜਾਵੇ, ਉਹ ਸੋਨੇ ਦੀਆਂ ਪਾਲਕੀਆਂ ਵੇਚ ਕੇ ਲੰਗਰ ਲਾ ਦੂ। ਇਹ ਗਰੀਬਾਂ ਦੇ, ਜਿਹੜੇ ਅਪਾਹਜ ਨੇ, ਗਰੀਬ ਨੇ, ਜਿਹੜੇ ਮਰਦੇ ਨੇ, ਬਹੁਤ ਦੁਖੀ ਨੇ, ਉਹਨਾਂ ਨੂੰ ਕਹਿ ਦੂ ਵੀ ਇਹਨਾਂ ਨੂੰ ਦੇ ਦਿਓ, ਆਪਾਂ ਨੇ ਕੀ ਕਰਨੀਆਂ ਨੇ ਪਾਲਕੀਆਂ ਇੱਥੇ। ਜ਼ਿਆਦਾ ਪੈਸੇ ਨਹੀਂ ਜਮ੍ਹਾਂ ਕਰੀ ਤੇ ਝਗੜਾ ਪੈਦਾ ਹੋਊਗਾ। ਉਹ ਸਾਰਾ ਵਰਤਾ ਕੇ ਭਾਂਡੇ ਮੁੱਦੇ ਮਾਰ ਦਿਆ ਕਰੋ।
ਸੁਭਾ ਜੇ ਹੋਊਗਾ ਕਰਮ ਚ ਹੋਰ ਆ ਜਾਊਗਾ, ਉਹ ਉਹੀ ਜੀ ਗੱਲ ਕਰੂਗਾ। ਝਗੜਾ ਨਾ ਪੈਦਾ ਹੋਵੇ ਉਹ ਉਹੀ ਜੀ ਗੱਲ ਕਰੂ। ਝਗੜਾ ਮਾਇਆ ਤੇ ਪੈਦਾ ਹੋਣਾ ਜਦ ਵੀ ਹੋਣਾ। ਅੱਗੇ ਕਹਿੰਦੇ ਹੁੰਦੇ ਸੀ ਪੁਰਾਣੇ, ਕਹਿੰਦੇ ਜਮਾਂ ਨੂੰ ਜੰਮ ਪੈਂਦੇ ਨੇ। ਜੇ ਕੁਝ ਜਮਾ ਹੁੰਦਾ ਜੰਮ ਉੱਥੇ ਹੀ ਪੈਂਦੇ ਨੇ। ਇਹ ਜਮਾ ਹੀ ਨਹੀਂ, ਜੰਮ ਕਿੱਥੋਂ ਪੈਣਗੇ? ਜਮਾ ਹੋਊ ਕੁਝ ਜੰਮ ਪੈਣਗੇ, ਜੇ ਜਮਾ ਹੀ ਕੁਝ ਨਹੀਂ ਜੰਮ ਉੱਥੇ ਕਿੱਥੇ ਪੈਣਗੇ? ਆ ਕੇ ਕੀ ਕਰਨਗੇ ਜੰਮ ਉੱਥੋਂ? ਕਹਾ ਕਰੇ ਜੰਮੂ, ਜੰਮੂ ਉੱਥੇ ਕੀ ਕਰੂ ਜਿੱਥੇ ਹੈ ਹੀ ਨਹੀਂ ਕੁਝ। ਇਹ ਸੀ ਵਿਚਾਰਧਾਰਾ ਗੁਰਮੁਖਾਂ ਦੀ ਪਿੱਛੇ। ਉਹ ਛੱਡਤੀ ਅਸੀਂ। ਛੱਡਤੀ ਕਿਉਂ? ਗਿਆਨ ਦੀ ਜਗ੍ਹਾ ਅਸੀਂ ਕੋ ਗਿਆਨ ਬਣਾਤਾ ਇਹਨੂੰ। ਗਿਆਨ ਹੁੰਦਾ, ਇੱਕੋ ਗਿਆਨ ਹੁੰਦਾ, ਇੱਕ ਅਗਿਆਨ ਹੁੰਦਾ। 3 ਪ੍ਰਕਾਰ ਦਾ ਗਿਆਨ ਹੈ। ਗੁਰਬਾਣੀ ਦਾ ਗਿਆਨ ਸੁਗਿਆਨ ਹੈ, ਆਤਮ ਗਿਆਨ ਹੈ, ਸ੍ਰੇਸ਼ਟ ਗਿਆਨ ਹੈ। ਇਹ ਗਿਆਨ ਦੀ ਕੋਈ ਨਿੰਦਿਆ ਨਹੀਂ ਕਰ ਸਕਦਾ। ਇਹ ਗਿਆਨ ਨੂੰ ਕੋਈ ਖੰਡਨ ਨਹੀਂ ਕਰ ਸਕਦਾ। ਇਹ ਗਿਆਨ ਨੂੰ ਕੋਈ ਬੁਰਾ ਨਹੀਂ ਕਹਿ ਸਕਦਾ, ਕਹਿੰਦਾ ਵੀ ਹੈ ਨਹੀਂ। ਗੁਰਬਾਣੀ ਨੂੰ ਨਹੀਂ ਕੋਈ ਬੁਰਾ ਕਹਿੰਦਾ, ਪਰ ਗੱਲ ਪ੍ਰਚਾਰ ਗੁਰਬਾਣੀ ਤੋਂ ਵਿਰੁੱਧ ਹੈ। ਆਪਣਾ ਜੋ ਕਰ ਰਹੇ ਨੇ ਉਹਨੂੰ ਵੀ ਬੁਰਾ ਕਹਿੰਦਾ ਹੈ, ਉਹ ਤਾਂ ਵਿਰੋਧੀ। ਪ੍ਰਚਾਰ ਹੋ ਰਿਹਾ, ਆਪਾਂ ਵਿਰੋਧੀ ਪ੍ਰਚਾਰ ਕਰ ਰਹੇ ਨੇ। ਟੀਕਾਕਾਰ ਵੀ ਕਥਾ ਬਚ ਕੇ ਜਿਹੜੀ ਅੱਜ ਕੱਲ੍ਹ ਕਹਿਤੀ, ਥੋੜ੍ਹਾ ਜਿਹਾ ਨੂੰ ਆਪੇ ਕੱਟ ਦੇਣੀ ਹੈ, ਆਪੇ ਉਹਦੇ ਵਿਰੋਧ 'ਚ ਗੱਲ ਕਹਿ ਦੇਣੀ। ਪ੍ਰਚਾਰ ਕੀ ਹੋ ਗਿਆ? ਜੋ ਮੈਂ ਕਹਿਤੀ ਉਹੀ ਮੈਂ ਕੱਟਤੀ। ਇਹ ਉਲਝੇ ਹੋਇਆਂ ਦੀ ਗੱਲ ਹੈ। ਗੁਰਬਾਣੀ ਆਪਣੀ ਜੋ ਇੱਕ ਵਾਰ ਗੱਲ ਕਹਿਤੀ, ਉਹਦੇ ਵਿਰੋਧੀ ਗੱਲ ਗੁਰਬਾਣੀ 'ਚ ਕਿਤੇ ਵੀ ਨਹੀਂ ਆਉਂਦੀ। ਜੇ ਵਿਰੋਧੀ ਅਸੀਂ ਅਰਥ ਕਰਦੇ ਹਾਂ ਤਾਂ ਸਾਡੇ ਸਮਝਣ 'ਚ ਫਰਕ ਪਿਆ ਹੋਇਆ। ਅਸੀਂ ਆਲਰੇਡੀ ਕੁਝ ਗਲਤ ਸਮਝਿਆ ਹੋਇਆ। ਉਹ ਆਲਰੇਡੀ ਜੋ ਗਲਤ ਸਮਝਿਆ ਹੋਇਆ ਉਹਦਾ ਪ੍ਰਭਾਵ ਪਾ ਕੇ ਉਹ ਅੱਖਰ ਤੋੜ ਮਰੋੜ ਕੇ ਅਸੀਂ ਉਹਦੇ ਅਰਥ ਕਰ ਲੈਂਦੇ। ਜਿਵੇਂ ਉਹ ਜਪਜੀ ਸਾਹਿਬ ਦੀ ਪੰਕਤੀ ਹੈ, ਤਿੰਨੀ ਚੇਲੇ ਪ੍ਰਵਾਨ ਲਫ਼ਜ਼ ਸੀ। ਤੱਤੇ ਨੂੰ ਸਿਆਰੀ, ਨੰਨੇ ਨੂੰ ਸਿਆਰੀ। ਇਹਦਾ ਅਰਥ 3 ਚੇਲੇ ਪ੍ਰਵਾਨ ਕਰ ਲਿਆ, ਕਿਉਂਕਿ ਪਹਿਲਾਂ ਫਸਿਆ ਸੀ ਨਾ ਦਿਮਾਗ 'ਚ ਵੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ 3 ਨੇ। ਜੇ ਇਹ ਫਸਿਆ ਨਾ ਹੁੰਦਾ, ਅੰਗਰੇਜ਼ ਕੋਈ ਅਰਥ ਕਰਦਾ ਕਦੇ ਨਹੀਂ ਸੀ ਕਰਦਾ 3 ਚੇਲੇ ਪ੍ਰਵਾਨ। ਉੱਥੇ ਉਹਨਾਂ ਦੇ 3 ਹੁੰਦੇ ਨਹੀਂ। ਮੁਸਲਮਾਨ ਕਰਦਾ ਉਹ ਨਹੀਂ ਸੀ ਕਰਦਾ, ਕਰੇ ਤਾਂ ਉਹਨੇ ਨੇ ਪੰਡਤ ਨੇ ਜਿਹੜਾ 3 ਚੇਲੇ ਮੰਨਦਾ ਪ੍ਰਵਾਨ। ਜਿੰਨੀ ਵਾਰ ਵੀ 3 ਲਫ਼ਜ਼ ਆਇਆ, ਜਿੰਨੀ ਲਫ਼ਜ਼ ਆਇਆ 3 ਲਫ਼ਜ਼ ਆਇਆ, ਹਜ਼ਾਰਾਂ ਵਾਰ ਆਇਆ ਹੋਇਆ ਗੁਰਬਾਣੀ 'ਚ। ਕਿਤੇ ਵੀ ਇਹਦਾ ਲਫ਼ਜ਼ ਦਾ ਅਰਥ 3 ਨਹੀਂ ਹੈ, 3 ਨਹੀਂ। 3 ਵੀ ਲਿਖਿਆ ਗੁਰਬਾਣੀ 'ਚ, ਤੱਤੇ ਨੂੰ ਸਿਆਰੀ, ਨੰਨਾ ਮੁਕਤਾ, ਉਹਦੇ ਵੀ ਅਰਥ 3 ਨਹੀਂ ਹੈ। ਅਸੀਂ ਤਾਂ ਪੰਜਾਬੀ 3 ਬੋਲਦੇ, ਉਹ 3 ਨਹੀਂ ਹੈ, 3। ਜਿਨ ਕੇ ਚੋਲੇ ਰਤੜੇ ਕੰਤ ਤਿਨਾ ਕੇ ਪਾਸ। ਇੱਥੇ ਤਿੰਨਾਂ ਕੇ ਪਾਸ ਕਾਹਤੇ ਨਹੀਂ ਕਹਿੰਦੇ? ਕੰਤ ਤਿਨਾ ਕਾਹਤੇ ਕਹਿੰਦੇ? ਕੰਤ ਤਿੰਨਾਂ ਦੇ ਪਾਸ ਕਾਹਤੇ ਨਹੀਂ ਕਹਿੰਦੇ? ਤਿਨਾ ਕੇ ਪਾਸ ਕਿਉਂ ਕਹਿੰਦੇ ਆ? ਤਿੰਨਾਂ ਕੋਲ ਕਹਿੰਦੇ, ਤੇ ਵੀ ਤਿੰਨਾਂ ਕੋਲ ਹੈ ਕੰਤ, ਚੌਥੇ ਕੋਲ ਹੈ ਨਹੀਂ। ਇੱਕ ਬ੍ਰਹਮਾ, ਇੱਕ ਵਿਸ਼ਨੂੰ, ਇੱਕ ਸ਼ਿਵ ਜੀ ਹੈ। ਉਹ ਤਾਂ ਮਿਲੂਗਾ ਫਿਰ, ਜਿਹਨੇ ਲੈਣਾ ਲੈ ਲਓ। ਜਿਹੜੇ ਪ੍ਰਵਾਨ ਨੇ ਇਹ ਵਿਦਵਾਨਾਂ ਦੀਆਂ ਗੱਲਾਂ ਨੇ। ਵਿਦਵਾਨ ਬੁੱਧੀਹੀਨ ਦਾ ਨਾਮ ਹੈ। ਬੁੱਧੀਹੀਨ ਵਿਦਵਾਨ ਇੱਕੋ ਗੱਲ ਹੈ। ਪੜਿਆ ਮੂਰਖ ਆਖੀਏ। ਜਿਹੜੀ ਵਿਦਿਆ ਵਿਕ ਜਾਂਦੀ ਆ ਵਿਦਵਾਨ ਹੈ। ਜਦੋਂ ਵਿਦਿਆ ਬਕਾਊ ਨਹੀਂ ਰਹਿੰਦੀ, ਉਹ ਫਿਰ ਵਿਦਵਾਨ ਦੇ ਦਾਇਰੇ ਚੋਂ ਬਾਹਰ ਹੌਲੀ ਹੌਲੀ ਜਾਣਾ ਸ਼ੁਰੂ ਹੁੰਦਾ। ਜਿਹੜਾ ਵਿਦਿਆ ਵੇਚਦਾ ਮਨਮੁਖ ਕਿਹਾ, ਮਨਮੁਖ ਵਿਦਿਆ ਵਿਕਰਦਾ, ਵਿਖ ਖੱਟੇ ਵਿਖ ਖਾਏ। ਜ਼ਹਿਰ ਖੱਟਦਾ ਤੇ ਜ਼ਹਿਰ ਖਾਂਦਾ। ਜ਼ਹਿਰ ਖੱਟਣ ਵਾਲਾ, ਜ਼ਹਿਰ ਖਾਣ ਵਾਲਾ ਸਿਆਣਾ ਬੰਦਾ ਹੁੰਦਾ। ਜ਼ਹਿਰ ਖੱਟਣ, ਜ਼ਹਿਰ ਖਾਣ ਵਾਲਿਆਂ ਦੇ ਪਿੱਛੇ ਧਰਮ ਛੱਡਤਾ ਸੱਚ ਦਾ, ਤੇ ਜ਼ਹਿਰ ਖੱਟ ਕੇ ਜ਼ਹਿਰ ਖਿਲਾ ਰਹੇ ਨੇ ਤੁਹਾਨੂੰ। ਹੋਰ ਕੀ ਕਰ ਰਹੇ ਨੇ? ਤੇ ਉਹ ਜੋ ਅਸੀਂ ਸਿੱਖੀ ਭਾਲਦੇ ਹਾਂ, ਖਾ ਕੇ ਜ਼ਹਿਰ ਖੱਟ ਕੇ ਜ਼ਹਿਰ ਵਿੱਚੋਂ ਭਾਲਦੇ ਨੇ ਸੱਚ। ਮੱਤ ਮਾਰੀ ਹੋਈ ਹੈ ਤਾਂ ਭਾਲਦੇ ਨੇ।
ਜੇ ਮੱਤ ਮਾਰੀ ਹੋਈ ਹੈ ਤਾਂ ਭਾਲਦੇ ਹੋ। ਜ਼ਹਿਰ ਤਾਂ ਸਿੱਖੀ ਭਾਲਦੇ ਹੋ। ਜ਼ਹਿਰ ਸਿੱਖੀ ਕੀ ਹੈ? ਸਿੱਖੀ ਹੈ ਸਤ ਜੀਵਨ। ਖਾਨਿਆ ਜ਼ਹਿਰ ਭਾਲਦੇ ਹੋ ਸਤ ਜੀਵਨ। ਸਾਖਤ ਮਰੇ ਸੰਤ ਸਭ ਜੀਵੇ। ਸਿੱਖ ਸੰਤ ਹੈ ਅਸਲ ਦੇ ਵਿੱਚ, ਸਿੱਖੇ ਸੰਤ ਹੈ। ਸਿੱਖ ਤਾਂ ਸੰਤ ਹੈ ਜਿਹਦੀ ਮਨ ਸ਼ਾਂਤ ਹੈ, ਸਿੱਖ ਹੈ। ਜਿਹਦਾ ਮਨ ਸ਼ਾਂਤ ਹੈ, ਸੰਤ ਹੈ। ਜਦ ਕਿਹਾ ਗੁਰੂ ਸਾਹਿਬ ਨੇ ਆਵੋ ਸੰਤ ਪਿਆਰਿਓ, ਸਿੱਖਾਂ ਨੂੰ ਕਿਹਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸੰਤ ਪਿਆਰਿਓ, ਇਕੱਠ ਕੀ ਕਰਿਆ ਕਹਾਣੀ। ਉੱਥੇ ਸੰਤ ਕਹਿਤਾ, ਉੱਥੇ ਗੁਰ ਸਿੱਖ ਕਹਿਤਾ। ਦੱਸੋ ਕੀ ਫਰਕ ਹੈ? ਫਰਕ ਕੀ ਹੈ? ਅਸੀਂ ਸੰਤ ਹੋਰ ਮੰਨੀ ਬੈਠੇ, ਸਿੱਖ ਹੋਰ ਮੰਨੀ ਬੈਠੇ। ਅਸਲੀ ਸੰਤ ਸਿੱਖ ਹੀ ਹੈ, ਬਾਕੀ ਸਭ ਨਕਲੀ ਨੇ। ਕਿਉਂ? ਜਿਹਦੇ ਕੋਲ ਸੱਚ ਹੈ ਨਹੀਂ ਉਹ ਸੰਤ ਹੁੰਦਾ ਹੀ ਨਹੀਂ। ਨਾਨਕ ਸੰਤ ਮਿਲਾ ਸੱਚ ਭਾਈ, ਸੱਚ ਪਾਈਏ। ਸੱਚ ਕੀ ਹੋਊ? ਸੱਚ ਸਿੱਖ ਕੋਲੇ ਹੋ, ਗੁਰੂ ਤੋਂ ਮਿਲਿਆ ਹੋਇਆ ਹੋ, ਗੁਰਬਾਣੀ ਤੋਂ ਮਿਲਿਆ ਹੋਇਆ ਹੋ। ਸੱਚੀ ਬਾਣੀ ਤੋਂ ਸੱਚ ਮਿਲਦਾ। ਸੱਚੀ ਬਾਣੀ ਤੋਂ ਸੱਚ ਮਿਲਦਾ। ਕੱਚੀ ਬਾਣੀ ਤੋਂ ਕੀ ਮਿਲਣਾ? ਕੱਚੀ ਬਾਣੀ ਤੋਂ ਵਿਖਿਆ। ਕੱਚ ਵਿਖਿਆ ਦਾ ਨਾਮ ਹੈ। ਗਿਆਨ ਦੋ ਪ੍ਰਕਾਰ, ਤਿੰਨ ਪ੍ਰਕਾਰ ਦਾ ਹੋ ਗਿਆ। ਜਿਹੜਾ ਕੋ ਗਿਆਨ ਹੈ ਵਿਖਿਆ, ਉਹ ਵਿਖਿਆ ਜ਼ਹਿਰ ਮਾਇਆ ਦਾ ਗਿਆਨ। ਮਾਇਆ ਤਾਂ ਗਊ। ਜਦੋਂ ਗਿਆਨ ਵਿਗੜ ਜਾ ਕੋ ਗਿਆਨ ਬਣ ਜਾਂਦਾ। ਜਦੋਂ ਗਿਆਨ ਬਕਾਊ ਹੋ ਜਾ ਕੋ ਗਿਆਨ ਬਣ ਜਾਂਦਾ। ਜਦੋਂ ਗਿਆਨ ਦਾ ਮਿਸਯੂਜ਼ ਹੈ ਕੋ ਗਿਆਨ ਬਣ ਜਾਂਦਾ। ਮਿਸਯੂਜ਼ ਕਿਵੇਂ ਹੁੰਦਾ? ਹਿਰਨਾ ਬਾਜਾਂ ਤੇ ਸਿੱਖਦਾਰਾਂ, ਤਿੰਨਾਂ ਪੜ੍ਹਿਆ ਨਾ ਫਾਹੀ ਲੱਗੀ ਜਾਤ ਫਾਹਨ। ਮਿਸਯੂਜ਼ ਹੋ ਗਿਆ। ਅੱਗੇ ਨਹੀਂ ਥੋ, ਅੱਗੇ ਦਰਗਾਹ 'ਚ ਕੋਈ ਜਗ੍ਹਾ ਨਹੀਂ ਇਹਨਾਂ ਲੋਕਾਂ ਵਾਸਤੇ। ਜਿਹੜੇ ਫਸੇ ਹੋਏ ਆਪ ਨੇ, ਲੋਕਾਂ ਨੂੰ ਜੰਮ ਦੇ ਜਾਲ 'ਚ ਫਸਾ ਰਹੇ ਨੇ, ਉਹਨਾਂ ਨੂੰ ਇਹ ਜੰਮ ਕੇ ਦੂਤ ਕਿਹਾ ਹੋਇਆ ਬਾਣੀ 'ਚ। ਜੰਮ ਕੇ ਦੂਤ ਉਹ ਸਾਰੇ ਬੰਦੇ ਨੇ ਜਿਹੜੇ ਧਰਮ ਦੇ ਨਾਂ ਤੇ ਪ੍ਰਚਾਰ ਕਰਕੇ ਲੋਕਾਂ ਨੂੰ ਜੰਮ ਦੇ ਜਾਲ 'ਚ ਮਾਇਆ ਨਾਲ ਜੋੜ ਰਹੇ ਨੇ। ਇਹਨਾਂ ਦਾ ਲੋਭ ਵਧਾ ਰਹੇ ਨੇ, ਇਹਨਾਂ 'ਚ ਮੋਹ ਵਧਾ ਰਹੇ ਨੇ। ਕ੍ਰੋਧ ਨਹੀਂ ਵਧਾਉਂਦੇ ਲੋਕ, ਦੋ ਹੀ ਚੀਜ਼ਾਂ ਵਧਾਉਂਦੇ, ਮੋਹ ਔਰ ਲੋਭ। ਬਾਕੀ ਤਾਂ ਆਪੇ ਵੱਜ ਜਾਂਦੇ ਨੇ ਦੋਵੇਂ। ਮੋਹ ਔਰ ਲੋਭ ਵਧਾਉਂਦੇ। ਇਹ ਸਾਨੂੰ ਮਿੱਠੇ ਲੱਗਦੇ ਨੇ। ਲੋਭ ਜਿਹੜਾ ਹੈ, ਜਿਵੇਂ ਸਰੀਰ 'ਚ ਜਿੰਨਾ ਖੂਨ ਦੌੜਦਾ ਉਹਨਾਂ ਹੀ ਆਦਮੀ ਤੰਦਰੁਸਤ ਹੈ। ਖੂਨ ਜ਼ਿਆਦਾ ਹੈ, ਬਸ ਸਾਰੀ ਜ਼ਿੰਦਗੀ ਜਿੰਨਾ ਲੋਭੀ ਹੈ ਉਹਨਾਂ ਹੀ ਤੰਦਰੁਸਤ ਹੈ। ਜਿਹੜਾ ਲੋਭੀ ਨਹੀਂ ਉਹਨੂੰ ਤਾਂ ਕਰਦੇ ਵੀ ਨਹੀਂ ਚੰਗਾ ਸਮਝਦੇ, ਨਹੀਂ ਚੰਗਾ ਸਮਝਦੇ, ਉਹਨੂੰ ਕੋਈ ਵੀ ਨਹੀਂ ਚੰਗਾ ਸਮਝਦਾ। ਬਾਕੀ ਰਹਿ ਗਿਆ ਮੋਹ। ਉਹ ਮਿੱਠਾ ਹੈ। ਅੱਜ ਤਾਂ ਅਸੀਂ ਮਿੱਠੇ ਨੂੰ ਵੀ ਬੁਰਾ ਸਮਝਣ ਲੱਗ ਗਏ, ਪਰ ਮੋਹ ਮਿੱਠਾ ਉਹਨੂੰ ਨਹੀਂ ਬੁਰਾ ਸਮਝਦੇ। ਜਿਵੇਂ ਬਾਹਰਲਾ ਮਿੱਠਾ ਸਾਡੇ ਸਰੀਰ ਨੂੰ ਨੁਕਸਾਨ ਕਰਦਾ, ਐਵੇਂ ਅੰਦਰਲੇ ਸਰੀਰ ਨੂੰ ਉਹ ਮਿੱਠਾ ਵੀ ਨੁਕਸਾਨ ਕਰਦਾ। ਜਿਵੇਂ ਜ਼ਿਆਦਾ ਖੂਨ ਵਧਿਆ ਹੋਇਆ, ਬਲੱਡ ਪ੍ਰੈਸ਼ਰ ਹੋਣ ਦਾ ਖਤਰਾ ਨਾ ਬਾਹਰਲੇ ਸਰੀਰ ਨੂੰ, ਉਵੇਂ ਜ਼ਿਆਦਾ ਲੋਭ ਅੰਦਰਲਾ ਵੀ ਬਲੱਡ ਪ੍ਰੈਸ਼ਰ ਵਧਾ ਦਿੰਦਾ। ਕ੍ਰੋਧ ਆਊ 'ਚ, ਉਵੇਂ ਆਊ 'ਚ, ਦੋਏ ਸਰੀਰਾਂ ਨੂੰ ਦੋਏ ਨੁਕਸਾਨ। ਹੁਣ ਤਾਂ ਇੰਨੇ ਇੱਥੇ ਤੱਕ ਆਦਮੀ ਪਹੁੰਚ ਗਿਆ ਨਾ ਵੀ ਨਾ ਭਾਈ ਬਲੱਡ ਜ਼ਿਆਦਾ ਵਧਿਆ ਹੋਇਆ ਚੰਗਾ, ਨਾ ਜ਼ਿਆਦਾ ਮਿੱਠਾ ਖਾਣਾ ਚੰਗਾ। ਤੇ ਲੋਭ ਜਿਹੜਾ ਹੈਗਾ ਉਹਨੂੰ ਖੂਨ ਕਿਹਾ ਹੈ। ਲੋਭ ਰੱਤ ਵਿੱਚੋਂ ਚਾਹੇ
ਲੋਹੂ ਲੱਭ ਨਕੱਥਾ ਵੇਖ, ਨਕੱਥਾ ਦੇਖ, ਹੋਏ ਹਲਾਲ ਲੱਗੇ ਹੱਕ ਜਾਏ। ਜਿਹੜਾ ਲੋਭ ਹੈ ਇਹ ਅੰਦਰਲੇ ਸਰੀਰ ਦਾ ਖੂਨ ਹੈ। ਜਿੰਨਾ ਵਧੂ ਅੰਦਰਲੇ ਸਰੀਰ 'ਚ ਖੂਨ ਵਧੂਗਾ, ਉਨੀ ਉਹਦੀ ਧੜਕਣ ਦਿਲ ਦੀ ਵਧਾਊਗਾ ਤੇ ਉਹਨੇ ਹਾਰਟ ਅਟੈਕ ਜ਼ਿਆਦਾ ਹੋਣਗੇ। ਸਮਝਿਆ ਨੀ? ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋਊਗੀ, ਹਟੇ ਨਹੀਂ ਸਕਦੀ। ਤੇ ਜਿੰਨਾ ਮੋਹ ਵਧੂਗਾ ਉਹਨਾਂ ਮਿੱਠਾ ਖਾਂਦਾ, ਮਿੱਠੇ ਨੇ ਵੀ ਜਾ ਕੇ ਖੂਨ 'ਚ ਤਬਦੀਲ ਹੋਣਾ, ਫੈਟ ਬਣਨੀ ਉਹਦੀ। ਬਸ ਦੋਹਾਂ ਦਾ ਐਸਾ ਸੰਬੰਧ ਹੈ, ਇਹ ਦੋਹਾਂ ਦਾ ਚੱਕਰ ਇਹ ਬਚਣ ਨਹੀਂ ਦਿੰਦਾ, ਇਹਨੂੰ ਅਸਾਧ ਰੋਗ ਪੈਦਾ ਕਰ ਦਿੰਦਾ। ਇਹ 'ਚ ਦੋ ਹੀ ਇਹ ਵਧਾਉਂਦੇ ਨੇ, ਦੋ ਹੀ ਇਹ ਵਧਾਉਂਦੇ ਨੇ। ਜਿਹੜੇ ਦੂਏ ਧਰਮ ਨੇ, ਸਾਖਤਾਂ ਦੇ ਧਰਮ ਦੋ ਹੀ ਵਧਾਉਂਦੇ ਨੇ। ਤੇ ਡਾਕਟਰਾਂ ਦੇ ਵੀ ਫਾਇਦੇ 'ਚ ਨੇ, ਸਰਕਾਰ ਦੇ ਵੀ ਫਾਇਦੇ 'ਚ ਨੇ। ਕਿਸੇ ਹੱਦ ਤੱਕ ਸਰਕਾਰ ਦੇ ਫਾਇਦੇ 'ਚ ਨੇ। ਜੋ ਸਰਕਾਰ ਕੰਮ ਕਹਿੰਦੀ ਉਹ ਕਰਨ ਲੱਗ ਜਾਂਦੇ ਨੇ। ਸਰਕਾਰ ਨੂੰ ਇਹਨਾਂ ਨੂੰ ਪਤਾ ਵੀ ਸਰਕਾਰ ਦੇ ਰਹਿਮ ਵਾਲੇ ਅਸੀਂ ਲੋਕਾਂ ਨੂੰ ਬਲੈਕਮੇਲ ਕਰਦੇ ਨੇ। ਬਲੈਕਮੇਲ ਕਰਨਾ ਅਪਰਾਧ ਹੈ। ਧਰਮ ਨੇ ਤਾਂ ਮੰਨ ਲਿਆ ਅਪਰਾਧ, ਸੱਚਖੰਡ 'ਚ ਤਾਂ ਅਪਰਾਧ ਮੰਨਿਆ ਹੋਇਆ, ਅੱਗੇ ਨਹੀਂ ਤਾਂ ਕਹਿ ਕੇ ਫਾਹੀ ਲੱਗੀ, ਜਾਤ ਪਾਹਨ ਅੱਗੇ ਨਹੀਂ। ਹੋ ਦਰਗਾਹ ਦੇ ਕਾਨੂੰਨ ਦੇ ਹਿਸਾਬ ਨਾਲ ਅਪਰਾਧੀ ਨੇ। ਇੱਥੇ ਦੀ ਸਰਕਾਰ, ਝੂਠੀ ਸਰਕਾਰ ਨੇ ਅਪਰਾਧੀ ਨਹੀਂ ਮੰਨੇ ਹੋਏ। ਆਪ ਵੀ ਸਰਕਾਰ ਝੂਠੀ ਹੈ ਨਾ। ਜਿੰਨਾ ਚਿਰ ਇਹ ਅਪਰਾਧੀ ਨਹੀਂ ਮੰਨੇ ਜਾਂਦੇ, ਜਨਤਾ ਸੁਖੀ ਨਹੀਂ ਬਣ ਸਕਦੀ। ਹੁਣ ਕੁਛ ਇਹਨਾਂ ਦੀ ਹਰਕਤਾਂ ਤੋਂ ਸਰਕਾਰ ਨੂੰ ਪਤਾ ਲੱਗਿਆ ਹੈ ਵੀ ਇਹ ਵੀ ਇੱਕ ਬਿਮਾਰੀ ਹੈ, ਵੱਡੀ ਬਿਮਾਰੀ। ਜੇ ਤੋਂ ਨਾ ਬਚਾਏ ਗਏ ਲੋਕ ਤਾਂ ਲੋਕ ਸੁਖੀ ਨਹੀਂ ਹੋ ਸਕਦੇ। ਜੇ ਲੋਕ ਸੁਖੀ ਕਰਨੇ ਨੇ ਤਾਂ ਇਹਨਾਂ ਝੂਠਿਆਂ ਤੇ ਬੈਨ ਲਾਉਣਾ ਜ਼ਰੂਰੀ ਹੈ। ਕਮਿਊਨਿਸਟਾਂ ਨੇ ਬੈਨ ਲਾਇਆ ਸੀ ਇਹਨਾਂ ਤੇ, ਕਮਿਊਨਿਸਟ ਨੂੰ। ਇਹਦੇ ਰਿਜ਼ਲਟ ਵੀ ਚੰਗੇ ਆਏ ਸੀ ਉਹਨਾਂ ਦੇ, ਪਰ ਉਹਨਾਂ 'ਚ ਇੱਕ ਕਮੀ ਇਹ ਸੀ, ਉਹਨਾਂ ਨੂੰ ਸੱਚ ਧਰਮ ਦਾ ਗਿਆਨ ਨਹੀਂ ਸੀ। ਨਾਲ ਬਦਲ ਦਈਦਾ ਹੁੰਦਾ, ਇੱਕ ਧਰਮ ਛਡਾ ਕੇ ਦੂਆ ਧਰਮ ਨਾਲ ਦਈਦਾ ਹੁੰਦਾ, ਉੱਥੇ ਵੈਕੂਮ ਪੈਦਾ ਹੋ ਜਾਊਗਾ। ਜੇ ਧਰਮ ਦਾ ਵੈਕੂਮ ਪੈਦਾ ਹੋ ਜਾਵੇ ਤਾਂ ਜਿਹੜੇ ਸਰਕਾਰ ਦੇ ਵਿੱਚ ਲੋਕ ਪਾਵਰ 'ਚ ਹੁੰਦੇ ਨੇ ਉਹ ਬੇਈਮਾਨ ਹੋ ਜਾਂਦੇ ਨੇ। ਆਪ ਤੁਹਾਨੂੰ ਬੇਈਮਾਨੀ ਤੋਂ ਰੋਕੂ ਕੌਣ? ਧਰਮੇ ਰੋਕੂ ਨਾ ਬੇਈਮਾਨੀ। ਕੋਈ ਚੀਜ਼ ਤੁਹਾਡੇ ਉੱਥੇ ਵਿਰਾਜ ਕਿਸੇ ਦੀ ਪਈ ਹੈ, ਬੈਂਕ ਖਾਲੀ ਪਿਆ, ਨੋਟ ਬਿਖਰੇ ਪਏ ਨੇ, ਕੋਈ ਅੰਦਰ ਆਦਮੀ ਜਾਂਦਾ ਹੈ, ਬੰਦੇ ਸਾਰੇ ਬੇਹੋਸ਼ ਪਏ ਨੇ, ਉਹ ਨਾ ਚੱਕੇ ਨੋਟ, ਇਹ ਉਹਦੀ ਆਤਮਾ ਹੀ ਉਹਨੂੰ ਬਚਾ ਸਕਦੀ ਹੈ। ਕੋਈ ਆਦਮੀ ਨਹੀਂ ਬਚਾ ਸਕਦਾ। ਮੈਂ ਚੋਰੀ ਨਾ ਕਰਾਂ, ਮੇਰੀ ਅਕਲੇ ਮਨ ਨੂੰ ਰੋਕ ਸਕਦੀ ਹੈ, ਹੋਰ ਕੋਈ ਨਹੀਂ ਰੋਕ ਸਕਦਾ। ਇਸ ਕਰਕੇ ਬੁਰਾਈ ਤੋਂ ਦੁਨੀਆ ਦਾ ਕੋਈ ਧਰਮ, ਕੋਈ ਦੇਵੀ ਦੇਵਤਾ, ਕੋਈ ਆਦਮੀ ਤੁਹਾਨੂੰ ਨਹੀਂ ਰੋਕ ਸਕਦਾ। ਇਹ ਤਾਂ ਤੁਹਾਨੂੰ ਆਪਣੇ ਆਪ ਰੋਕਣਾ ਪਊਗਾ। ਜੇ ਬੁੱਧੀ ਦਾ ਬਲ ਤਕੜਾ ਹੈ ਤਾਂ ਮਨ ਨੂੰ ਰੋਕ ਲੂ। ਜੇ ਬੁੱਧੀ ਦਾ ਬਲ ਕਮਜ਼ੋਰ ਹੈ, ਮਨ ਤਕੜਾ ਹੈ, ਤਾਂ ਉਹ ਕੰਮ ਕਰ ਦੋ, ਬੁਰਾ ਕੰਮ ਕਰ, ਕੋਈ ਰੋਕ ਨਹੀਂ ਸਕਦਾ। ਧਰਮ ਨੇ ਤੁਹਾਡੇ ਬੁੱਧ ਨੂੰ ਤਕੜਾ ਕੀਤਾ ਹੈ, ਮਨ ਨੂੰ ਕਮਜ਼ੋਰ ਕੀਤਾ, ਤਾਂ ਕਿ ਤੁਸੀਂ ਬੁਰਾਈ ਤੋਂ ਬਚ ਸਕੋ। ਹੋਰ ਕੋਈ ਤਰੀਕਾ ਬੁਰਾਈ ਤੋਂ ਬਚਾਉਣ ਦਾ। ਜਿੰਨੀ ਮਰਜ਼ੀ ਫੋਰਸ ਬਣਾ ਲਓ, ਜਿੰਨੀ ਮਰਜ਼ੀ ਤੁਸੀਂ ਪੁਲਿਸ ਰੱਖ ਲਓ, ਕੱਲੇ ਨੂੰ ਪੁਲਿਸ ਕਿਵੇਂ ਬਚਾ ਦੂ? ਪੁਲਿਸ ਵਾਲਿਆਂ ਖੜਿਆਂ ਨੂੰ ਅਗਲੇ ਅੱਤਵਾਦੀ ਮਾਰ ਦਿੰਦੇ ਨੇ, ਮਿਲਟਰੀ ਵਾਲਿਆਂ ਨੂੰ ਮਾਰ ਦਿੰਦੇ, ਤੁਹਾਨੂੰ ਕੀ ਬਚਾਉਣਗੇ? ਉਹਨਾਂ ਦੇ ਅਟੈਕ ਹੋ ਜਾਂਦੇ ਨੇ। ਇੱਕ ਆਦਮੀ ਸਵਾਏ ਖੜਾ ਹੈ, ਇੱਕ ਆਦਮੀ ਆਉਂਦਾ ਹਥਿਆਰ ਲੈ ਕੇ। ਇਹ ਜਿਹੜੇ ਲੋਕ ਇਲਜ਼ਾਮ ਲਾਉਂਦੇ ਨੇ, ਦੂਜੇ ਨੂੰ ਇਲਜ਼ਾਮ ਲਾਉਣਾ ਸੌਖਾ ਹੈ। ਜਦ ਆਪ ਉਹ ਕਰਨਗੇ ਫਿਰ ਪਤਾ ਲੱਗੂਗਾ ਵੀ ਤੁਸੀਂ ਖੜ੍ਹ ਜਾਓ ਬੰਦੂਕਾਂ ਲੈ ਕੇ, ਤੁਸੀਂ ਬਚਾ ਕੇ ਦਿਖਾਓ। ਇੱਕ ਦੂਜੇ ਦੀ ਨਿੰਦਿਆ ਕਰਨੀ ਸਿਖਾ ਲਈ, ਤੁਸੀਂ ਕਿਵੇਂ ਬਚਾ ਦੋਗੇ? ਦੱਸੋ।
ਇੱਕੋ ਹੀ ਤਰੀਕੇ ਨਾਲ ਬਚਾਇਆ ਜਾ ਸਕਦਾ ਕਿ ਬੰਦੇ ਦੀ ਬੁੱਧ ਹੀ ਇੰਨੀ ਮਜ਼ਬੂਤ ਕਰ ਦਿੱਤੀ ਜਾਵੇ ਕਿ ਬੁਰਾਈ ਵੱਲੋਂ ਮਨ ਉਹਦਾ ਝਾਕੇ ਹੀ ਅਕਲੇ ਉਹਦੀ ਗਰਦਨ ਥੱਲੇ ਨੂੰ ਮਰੋੜ ਦੇਵੇ। ਜਿਵੇਂ ਨਿਆਣਿਆਂ ਨੂੰ ਜੇ ਅਸੀਂ ਘੂਰ ਕੇ ਰੱਖੀਏ ਤਾਂ ਉਹ ਛੋਟੀ ਮੋਟੀਆਂ ਗੱਲਾਂ ਜਿਹੜੀਆਂ ਬਚਪਨ 'ਚ ਹੋ ਜਾਂਦੀਆਂ ਨੇ ਉਹ ਤੋਂ ਡਾਂਟੇ ਤੇ ਰੁਕ ਸਕਦੇ ਨੇ। ਜੇ ਕੋਈ ਨਿਆਣਾ ਕਿਸੇ ਦੀ ਚੋਰੀ ਕਰਦਾ ਉਹਦੇ ਦੋ ਪੈਣ ਕੰਨਾਂ ਤੇ ਕਹੇ ਵੀ ਜਾ ਆਪ ਦੇ ਕੇ ਆ ਉਹਦੇ ਘਰ ਚੀਜ਼ ਵੀ ਮੈਂ ਚੋਰੀ ਕੀਤੀ ਹੈ, ਜੇ ਨਹੀਂ ਜਾਂਦਾ ਤਾਂ ਲੈ ਕੇ ਜਾਵੇ ਵੀ ਮਾਫੀ ਮੰਗ ਮੈਂ ਚੋਰੀ ਕੀਤੀ, ਜੇ ਜ਼ਿੰਦਗੀ 'ਚ ਕਰ ਲਵੇ ਤਾਂ ਕਹਿ ਦਿਓ। ਬੇਇੱਜ਼ਤੀ ਉਹ ਵੀ ਮੰਨਦਾ, ਇੱਜ਼ਤ ਬੇਇੱਜ਼ਤੀ ਦਾ ਨਿਆਣੇ ਨੂੰ ਵੀ ਪਤਾ ਹੁੰਦਾ। ਆਤਮ ਹੱਤਿਆ ਕਰ ਲੈਂਦੇ ਨਿਆਣੇ ਬੇਇੱਜ਼ਤੀ ਤੇ ਛੋਟੇ ਛੋਟੇ। ਇਹ ਢਿੱਲ ਹੈ, ਗੁਰਬਾਣੀ ਢਿੱਲ ਨਹੀਂ ਦਿੰਦੀ। ਜਿੱਥੇ ਢਿੱਲ ਹੈ ਉੱਥੇ ਫਿਰ ਬਿਮਾਰੀ ਵੱਧ ਜਾਂਦੀ ਹੈ। ਗੁਰਬਾਣੀ ਕੋਈ ਢਿੱਲ ਨਹੀਂ ਦਿੰਦੀ। ਕੋਈ ਗਿਆਨ ਹੈ ਜਿਹੜਾ ਇਹ ਨੁਕਸਾਨ ਕਰ ਰਿਹਾ ਸਾਨੂੰ। ਜਿਹੜੇ ਸੰਸਾਰ ਦੇ ਪਹਿਲੇ ਧਰਮ ਬਣ ਗਏ ਗੁਰਮਤਿ ਤੋਂ ਗਿਰ ਕੇ, ਸੱਚ ਤੋਂ ਮਾਰਗ ਛੱਡ ਕੇ ਜਿਹੜਾ ਧਰਮ ਹੈ ਉਹ ਨੁਕਸਾਨ ਕਰੂ ਪਬਲਿਕ ਦਾ ਕੋਈ ਫਾਇਦਾ ਨਹੀਂ ਕਰ ਸਕਦਾ। ਜੇ ਸੰਤ ਬਹੁਤ ਸਾਰੇ ਪੈਸੇ ਇਕੱਠੇ ਕਰਕੇ ਕੁਝ ਕਰਦੇ ਨੇ ਪਬਲਿਕ ਦਾ ਤਾਂ ਪਬਲਿਕ ਦੇ ਹੀ ਪੈਸੇ ਨੇ, ਉਹਨਾਂ ਦਾ ਤਾਂ ਕੁਝ ਨਹੀਂ। ਉਹ ਆਪਣੇ ਤੇ ਜਿਹੜਾ ਖਰਚ ਕਰਦੇ ਨੇ ਇਸ ਪ੍ਰਸਤੀ ਉਹ ਕਾਹਤੇ ਕਰਦੇ ਨੇ? ਉਹ ਕਿਉਂ ਕਰਦੇ ਨੇ? ਜਿਹੜੇ ਗਰੀਬਾਂ ਤੋਂ ਪੈਸੇ ਲੈਂਦੇ ਨੇ ਉਹਨਾਂ ਦੇ ਤਾਂ ਘਰ ਰੋਟੀ ਨਹੀਂ ਪੱਕਦੀ। ਉਹਨਾਂ ਕੋਲ ਤਾਂ ਸਾਈਕਲ ਨੇ, ਇਹਨਾਂ ਕੋਲ ਗੱਡੀਆਂ ਨੇ। ਕਿਉਂਕਿ ਤੁਹਾਡੇ ਕੋਲ ਗੱਡੀਆਂ ਕਿਉਂ ਨੇ? ਅਸਲ 'ਚ ਆਪਣੀ ਐਸ਼ ਪ੍ਰਸਤੀ ਵਾਸਤੇ ਉਹਨਾਂ ਨੇ ਉਹ ਟਕਵਾਂਜ ਰੱਖਿਆ ਹੋਇਆ ਮੂਹਰੇ, ਹੋਰ ਕੁਝ ਨਹੀਂ। ਸਰਕਾਰ ਨੂੰ ਵੀ ਪਤਾ ਵੀ ਅਸੀਂ ਵੀ ਰੁਪਈਏ ਦੇ 15 ਪੈਸੇ ਹੀ ਦਿੰਦੇ ਹਾਂ ਪਬਲਿਕ ਨੂੰ। ਰੁਪਈਆ ਪਬਲਿਕ ਦਾ, 85 ਪੈਸੇ ਅਸੀਂ ਖਾ ਜਾਂਦੇ ਹਾਂ। ਅਸੀਂ 15 ਪੈਸੇ ਦਿੰਦੇ ਹਾਂ। ਚਲੋ ਇਹ 75 ਪੈਸੇ ਦਿੰਦੇ ਨੇ, ਸਾਡੇ ਨੂੰ ਫਿਰ ਚੰਗੇ। ਇਹ ਕਹਿ ਵੀ ਦਿੰਦੇ ਨੇ ਉਹਨਾਂ ਨੂੰ ਜਾਂ ਅਲੱਗ ਬਹਿੰਦੇ ਨੇ ਵੀ ਅਸੀਂ 75 ਤਾਂ ਲਾਉਂਦੇ ਹਾਂ, ਤੁਸੀਂ ਤਾਂ 85 ਖਾ ਜਾਂਦੇ ਹੋ, 15 ਹੀ ਲਾਉਂਦੇ ਹੋ। ਫਿਰ ਉਹ ਚੁੱਪ ਹੋ ਜਾਂਦੇ ਨੇ। ਦੋਏ ਝੂਠੇ ਨੇ ਨਾ। ਫਿਰ ਉਹ ਕਹਿੰਦੇ ਮਹਾਰਾਜ ਤੁਸੀਂ ਮਹਾਂਪੁਰਖ ਹੋ, ਅਸੀਂ ਤਾਂ ਕਮਜ਼ੋਰੀ ਦੋਹਾਂ 'ਚ ਹੈ। ਇੱਕ ਦੂਏ ਦੇ ਪੂਰਕ ਦੋਏ ਨੇ। ਨੇਤਾ ਚੋਰ ਹੈ, ਸੰਤ ਸੱਦ ਲਿਆ, ਉਹ ਕਹਿੰਦੇ ਬੜਾ ਗੁਰਮੁਖ ਹੈ, ਡਿਗਰੀ ਦੇਤੀ। ਨੇਤਾ ਉੱਠਿਆ ਕਹਿੰਦੇ ਬੜੇ ਮਹਾਂਪੁਰਸ਼ ਨੇ, ਦੋਹਾਂ ਨੂੰ ਡਿਗਰੀ ਦੇਤੀ। ਉਹਨੂੰ ਦੇਤੀ, ਉਹਨੂੰ ਦੇਤੀ। ਦੋਏ ਝੂਠੇ ਨੇ। ਗੁਰਬਾਣੀ ਇਹੋ ਜਿਹੀ ਡਿਗਰੀ ਨਹੀਂ ਦਿੰਦੀ ਕਿਸੇ ਨੂੰ। ਇਹ ਸਿਆਪਾ ਇੱਥੇ। ਜਦ ਇਹੋ ਜਿਹੀ ਡਿਗਰੀ ਨੂੰ ਦਿੰਦੀ, ਸੱਚੀ ਸੁੱਚੀ ਗੱਲ ਕਹਿੰਦੀ ਹੈ, ਮੂੰਹ ਤੇ ਮਾਰਦੀ ਹੈ, ਤਾਂ ਦੋਏ ਵਿਰੋਧੀ ਹੋ ਜਾਂਦੇ ਨੇ। ਇਹ ਝੂਠੇ ਧਰਮ ਵਾਲੇ ਵਿਰੋਧੀ ਹੋ ਜਾਂਦੇ ਨੇ ਗੁਰਮਤਿ ਦੇ, ਝੂਠੀ ਸਰਕਾਰ ਵਾਲੇ ਵਿਰੋਧੀ ਹੋ ਜਾਂਦੇ ਨੇ ਗੁਰਮਤਿ ਦੇ। ਚਾਹੇ ਝੂਠੇ ਧਰਮ ਵਾਲੇ ਵੀ ਹੋਣ, ਸਰਕਾਰ ਇਹਨਾਂ ਨੂੰ ਨਹੀਂ ਚਾਹੁੰਦੀ ਇਹ ਇੰਨੇ ਮਜ਼ਬੂਤ ਹੋ ਜਾਣ। ਜੇ ਮਜ਼ਬੂਤ ਹੁੰਦੇ ਨੇ ਤਾਂ ਇਹਨਾਂ ਦੀ ਜਿਹੜੀ ਇੰਟੈਲੀਜੈਂਸ ਹੈ ਇਹਨਾਂ ਨੂੰ ਪਾੜ ਦਿੰਦੀ ਹੈ। ਇਹਨਾਂ ਤੋਂ ਵੀ ਖਤਰਾ ਇਹਨਾਂ ਨੂੰ। ਚਾਹੇ ਝੂਠੇ ਧਰਮ ਵਾਲੇ ਨੇ ਮਜ਼ਬੂਤ, ਇਹਨਾਂ ਨੂੰ ਨਹੀਂ ਹੋਣ ਦਿੰਦੀ ਹੁੰਦੀ ਸਰਕਾਰ। ਕਿਸੇ ਨੂੰ ਨਹੀਂ ਮਜ਼ਬੂਤ ਹੋਣ ਦਿੰਦੀ। ਕਿਸੇ ਵੀ ਗੜ ਨੂੰ ਮਜ਼ਬੂਤ ਆਪਣੇ ਨੂੰ ਨਹੀਂ ਹੋਣ ਦਿੰਦੀ ਸਰਕਾਰ। ਕੋਈ ਐਸਾ ਸੀ ਨਸੀਬ ਨਹੀਂ ਚਾਹੁੰਦੀ ਜਿਹੜਾ ਰਾਜ ਪਲਟਾ ਕਰ ਦੇਵੇ। ਇੱਕ ਆਦਮੀ ਨੂੰ ਇੰਨਾ ਮਜ਼ਬੂਤ ਹੋ ਜਾਵੇ ਕਿ ਸਾਰਿਆਂ ਨੂੰ ਜਾ ਕੇ ਅੰਦਰ ਕਰ ਦੇਵੇ, ਰਾਜ ਕਰ ਲਵੇ ਆਪਣਾ ਮਿਲਟਰੀ ਦਾ। ਸਾਰੇ ਧਿਆਨ ਰੱਖਣੇ ਪੈਂਦੇ ਕਿਉਂਕਿ ਸਾਰੇ ਤਾਂ ਬੇਈਮਾਨ ਨੇ। ਉੱਥੇ
ਇੱਥੇ ਰਾਜ ਹੈ ਦੂਏ ਤੇ ਕਰਨ ਦਾ ਮਸਲਾ। ਸੰਸਾਰ ਦੇ ਵਿੱਚ ਦੂਏ ਨੂੰ ਆਪਣੇ ਮਰਜ਼ੀ ਅਨੁਸਾਰ ਚਲਾਉਣਾ, ਆਪ ਰਾਜ ਕਰਨਾ। ਸੰਤ ਵੀ ਰਾਜ ਕਰਦੇ ਨੇ, ਸੰਗਤ ਉਹਨਾਂ ਦੀ ਮਰਜ਼ੀ ਅਨੁਸਾਰ ਚੱਲਦੀ ਹੈ, ਸਰਕਾਰ ਵੀ ਆਪਣੀ ਮਰਜ਼ੀ ਅਨੁਸਾਰ ਚੱਲਦੀ ਹੈ। ਜਿਹੜੇ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਜਾਂ ਕੋਈ ਹੋਰ ਸ਼ਬਦ ਜਪਦੇ ਨੇ, ਉਹਨਾਂ ਦੀਆਂ 18 ਸਿੱਧੀਆਂ ਵਿੱਚੋਂ ਇੱਕ ਸਿੱਧੀ ਇਹ ਹੈ ਕਿ ਸਾਰਿਆਂ ਦੇ ਮਨ ਨੂੰ ਮੋਹ ਕੇ ਆਪਣੇ ਅਨੁਸਾਰ ਚਲਾਉਣਾ। ਜਿਵੇਂ ਮੈਂ ਸੋਚਦਾ ਸਾਰੇ ਉਵੇਂ ਸੋਚਣ, ਉਹਨਾਂ ਦੀ ਇੱਕ ਸਿੱਧੀ ਹੈ, ਜਿਹੜੀਆਂ 18 ਸਿੱਧੀਆਂ ਲਿਖੀਆਂ ਹੋਈਆਂ। ਦੂਏ ਦੇ ਮਨ ਨੂੰ ਜਿੱਤਣਾ, ਇਹ ਤਾਂ ਉਲਟ ਗੁਰਬਾਣੀ ਆਪਣੇ ਮਨ ਨੂੰ ਜਿੱਤਣਾ, ਦੂਏ ਦੇ ਨੂੰ ਜਿੱਤਣਾ। ਉਹ ਇਸ ਤਰੀਕੇ ਨਾਲ ਦੁਨੀਆ ਦੇ ਮਨ ਨੂੰ ਜਿੱਤ ਕੇ ਜਿੱਤਦੇ ਨੇ ਸਾਰੇ। ਰਾਜਾ ਵੀ ਦੁਨੀਆ ਦੇ ਮਨ ਨੂੰ ਜਿੱਤਦਾ, ਆਪਣੀ ਨੀਂਦ ਬਣਾਉਂਦਾ। ਸੰਤ ਵੀ ਆਪਣੀ ਨੀਂਦ ਬਣਾਉਂਦੇ ਨੇ, ਸਾਖਤ ਸਾਰੇ ਆਪਣੀ ਨੀਂਦ ਬਣਾਉਂਦੇ ਨੇ। ਪਰ ਗੁਰਮੁਖ ਸੱਚ ਦੀ ਈਨ ਮੰਨਦਾ ਹੈ, ਮਨਾਉਂਦਾ ਕਿਸੇ ਨੂੰ ਨਹੀਂ। ਆਪਣੇ ਮਨ ਨੂੰ ਜਿੱਤਦਾ, ਦੂਜੇ ਦੇ ਮਨ ਨੂੰ ਨਹੀਂ ਜਿੱਤਦਾ। ਉੱਥੇ ਸਭ ਦੇ ਰਾਜੇ ਬਣਨ ਦੀ ਗੱਲ ਹੈ, ਗੁਰੂ ਬਣਨ ਦੀ ਗੱਲ ਹੈ। ਗੁਰੂ ਤੋਂ ਬੜਾ ਕੋਈ ਨਹੀਂ, ਰਾਜੇ ਤੋਂ ਬੜਾ ਕੋਈ ਨਹੀਂ। ਦੋ ਲਫ਼ਜ਼ ਨੇ, ਰਾਜਾ ਔਰ ਗੁਰੂ। ਗੁਰੂ ਤੋਂ ਬੜਾ ਕੋਈ ਨਹੀਂ, ਰਾਜੇ ਤੋਂ ਬੜਾ ਕੋਈ ਨਹੀਂ। ਪਰਮੇਸ਼ਰ ਦੇ ਦੋਏ ਨਾਮ ਨੇ, ਗੁਰੂ ਵੀ ਉਹਦਾ ਨਾਮ ਹੈ, ਰਾਜਾ ਵੀ ਉਹਦਾ ਨਾਮ। ਸੰਸਾਰ ਵਿੱਚ ਵੀ ਰਾਜਾ ਔਰ ਗੁਰੂ ਬਣੇ ਹੋਏ ਨੇ। ਗੁਰੂ ਤਾਂ ਧਾਰਮਿਕ ਆਗੂ ਬਣਿਆ ਹੈ, ਰਾਜਾ ਜਿਹੜਾ ਸਰਕਾਰ ਨਾਲ ਰਾਜ ਜੁੜਿਆ ਹੋਇਆ ਵਿਸ਼ਨੂੰ ਹੈ, ਉਹ ਬਣਿਆ ਹੋਇਆ। ਇੱਕ ਪਾਸੇ ਵਿਸ਼ਨੂੰ ਹੈ, ਉਹ ਰਾਜਾ, ਇੱਕ ਪਾਸੇ ਸ਼ਿਵ ਜੀ, ਉਹ ਰਾਜਾ। ਧਰਮ ਤੇ ਰਾਜੇ ਦੀ ਸੁਭਾਵੀ ਟੱਕਰ ਹੋ ਜਾਣੀ ਕੁਦਰਤੀ ਗੱਲ ਹੈ। ਇਸ ਕਰਕੇ ਵਿਸ਼ਨੂੰ ਦੀ ਯਾਰ ਸ਼ਿਵ ਜੀ ਦੀ ਆਪਸ ਵਿੱਚ ਹੀ ਨਹੀਂ ਬਣਦੀ। ਉਹ ਵੀ ਰਾਜਾ, ਉਹ ਵੀ ਰਾਜਾ। ਦੋ ਰਾਜੇ ਹੋਣਗੇ ਤਾਂ ਫਿਰ ਫੈਸਲਾ ਤਾਂ ਹੋਊਗਾ ਵੀ ਬੜਾ ਕੌਣ ਹੈ, ਛੋਟਾ ਕੌਣ ਹੈ, ਅਸਲੀ ਕੌਣ ਹੈ, ਨਕਲੀ ਕੌਣ ਹੈ। ਇਸ ਕਰਕੇ ਇਹਨਾਂ ਦੇ ਜਿਹੜੇ ਪੁਰਾਣ ਨੇ ਲਿਖੇ ਹੋਏ, ਇਹਨਾਂ ਦੇ ਭਗਤ ਨੇ ਲਿਖੇ, ਉਹ ਉਹਨੂੰ ਬੜਾ ਕਹਿੰਦੇ ਨੇ, ਉਹਨੂੰ ਬੜਾ ਕਹਿੰਦੇ ਨੇ। ਉਹ ਉਹਨਾਂ ਦਾ ਝਗੜਾ ਹੋ। ਲੇਕਿਨ ਇੱਥੋਂ ਆਪਾਂ ਨੇ ਇਹ ਦੇਖਣਾ ਵੀ ਦੋ ਸਟੇਜਾਂ ਨੇ ਸੰਸਾਰ 'ਚ, ਦੋਹਾਂ ਵਾਸਤੇ ਹੀ ਉਪਦੇਸ਼ ਹੈ ਗੁਰਬਾਣੀ 'ਚ। ਇਹ ਤਾਂ ਵਿਸ਼ਨੂੰ ਦੇ ਨੂੰ ਉਪਦੇਸ਼ ਹੈ, ਰਾਜੇ ਨੂੰ ਉਪਦੇਸ਼ ਹੈ, ਇਹ ਜੋਗੀ ਨੂੰ ਉਪਦੇਸ਼ ਹੈ। ਰਾਜ ਯੋਗ ਦਾ ਮਤਲਬ ਇਹੀ ਹੈ ਕਿ ਪਰਮੇਸ਼ਰ ਰਾਜਾ ਵੀ ਹੈ, ਜੋਗੀ ਵੀ ਹੈ, ਉਹਦੇ ਨਾਲ ਉਹ 'ਚ ਲੀਨ ਹੋ ਜਾਣਾ। ਰਾਜ ਜੋਗ ਜਿਨ ਕੱਲਾ ਜੋਗੀ ਹੈ ਉੱਧਰ ਸ਼ਿਵ ਭਗਤ। ਵਿਸ਼ਨੂੰ ਜਿਹੜਾ ਉਹ ਹੈ ਇੰਦਰ ਦੇਵਤਾ, ਉਹ ਕੱਲਾ ਰਾਜਾ। ਇਹ ਰਾਜਾ ਵੀ ਹੈ, ਜੋਗੀ ਵੀ ਹੈ। ਨਾ ਅਸਲ ਸੰਸਾਰੀ ਰਾਜਾ ਹੈ, ਨਾ ਸੰਸਾਰੀ ਜੋਗੀ ਹੈ। ਸੰਸਾਰੀ ਜੋਗੀ ਸੰਸਾਰੀ ਰਾਜਾ ਨਹੀਂ ਹੁੰਦਾ। ਸਮਝੇ? ਦੋਹਾਂ ਨੂੰ ਉਪਦੇਸ਼ ਹੈ ਗੁਰਬਾਣੀ 'ਚ। ਗਾਵਣ ਤੁਮ ਈਸ਼ਰ ਬ੍ਰਹਮਾ ਦੇਵੀ। ਇਹ ਬ੍ਰਹਮਾ ਬ੍ਰਹਮ ਗਿਆਨੀ ਆ ਗਏ। ਦੋ ਨੇ, ਇਹ ਦੋ ਹੀ ਮਿਲਣਗੇ ਤੁਹਾਨੂੰ ਜਗ੍ਹਾ ਜਗ੍ਹਾ। ਦੋਹਾਂ ਨੂੰ ਉਪਦੇਸ਼ ਬ੍ਰਹਮ ਗਿਆਨੀ ਦੇ ਰਹੇ ਨੇ ਵਿਚਾਲੇ। ਦੇਵ ਰਿਸ਼ੀ ਸ਼ਿਵ ਜੀ ਨੂੰ ਮੰਨਣ ਵਾਲੇ, ਰਾਜ ਰਿਸ਼ੀ ਵਿਸ਼ਨੂੰ ਦੇ ਭਗਤ ਨੇ, ਜਿਹੜੇ ਦੂਏ ਬ੍ਰਹਮ ਗਿਆਨੀ ਨੇ, ਨਾਰਦ ਵਾਲੇ, ਨਾਰਦੀ ਭਗਤੀ ਵਾਲੇ, ਇਹ ਵਿਚਾਲੇ। ਇਹਨਾਂ ਨੂੰ ਵੀ ਉਪਦੇਸ਼ ਦਿੰਦੇ ਨੇ, ਇਹਨਾਂ ਨੂੰ ਵੀ ਦਿੰਦੇ, ਰਾਜੇ ਨੂੰ ਵੀ ਉਪਦੇਸ਼ ਦਿੰਦੇ ਨੇ, ਯੋਗੀ ਨੂੰ ਵੀ ਉਪਦੇਸ਼ ਦਿੰਦੇ। ਰਾਜੇ ਨੂੰ ਕਹਿੰਦੇ ਨੇ ਕੋਈ ਹਰ ਸਮਾਨ ਨਹੀਂ ਰਾਜਾ। ਰਾਜੇ ਨੂੰ ਕਹੇ ਇਹ ਭੂਪਤ
ਸਭ ਦਿਵਸ ਚਾਰ ਕੇ ਝੂਠੇ ਕਰਤ ਦਰਵਾਜਾ। ਰਾਜੇ ਨੂੰ ਕਹਿੰਦੇ ਤੁਸੀਂ ਝੂਠੇ ਹੋ, ਜੇ ਤੁਸੀਂ ਰਾਜਾ ਆਪਣੇ ਆਪ ਨੂੰ ਮੰਨਦੇ ਹੋ ਝੂਠੇ ਹੋ। ਕਿਉਂਕਿ ਰਾਜਾ ਚਾਹੁੰਦਾ ਦੂਜਿਆਂ ਦੇ ਉੱਤੇ ਰਾਜ ਕਰਨਾ, ਰਾਜਾ ਨਹੀਂ ਚਾਹੁੰਦਾ ਕਿ ਮੇਰੇ ਤੇ ਕੋਈ ਰਾਜ ਕਰੇ। ਇਹ ਹੰਕਾਰ ਦੀ ਐਕਸਟ੍ਰੀਮ ਹੈ, ਸਭ ਤੋਂ ਉੱਚੀ ਸਟੇਜ ਹੈ ਹੰਕਾਰ ਦੀ। ਰਾਜਾ ਬਣਨਾ, ਰਾਜ ਦੀ ਇੱਛਾ ਕਰਨੀ, ਸਭ ਤੋਂ ਉੱਚੀ ਸਟੇਜ ਹੈ ਹੰਕਾਰ ਦੀ। ਇਹ ਰਾਜ ਉਦੋਂ ਤੱਕ ਰਾਜ ਦੀ ਇੱਛਾ ਜਦੋਂ ਖਾਲੀ ਤਪ ਕਰਦਾ ਹੈ, ਜਪ ਦੇ ਵਿੱਚ ਇੱਛਾ ਖਤਮ ਹੁੰਦੀ ਹੈ, ਤਪ 'ਚ ਇੱਛਾ ਪ੍ਰਗਟ ਹੁੰਦੀ ਹੈ। ਇਸ ਕਰਕੇ ਤਪੋ ਰਾਜ ਹੈ, ਜਪ ਤੋਂ ਰਾਜ ਨਹੀਂ ਮੰਗਦਾ। ਜਪ ਤਾਂ ਸਮਝ ਲੈਂਦੇ ਨੂੰ, ਜਪ ਤਾਂ ਸਮਝਿਆ ਹੋਇਆ ਵੀ ਰਾਜ ਲੈ ਕੇ ਜਿੰਨਾ ਉੱਚਾ ਚੜੂੰਗਾ, ਜਦ ਥੱਲੇ ਉਤਰਦਾ ਹੈ ਨਹੀਂ, ਡਿੱਗੂਗਾ ਤਾਂ ਰਹਿਣਾ ਕੱਖ ਨਹੀਂ। ਚੜੇ ਆਕਾਸ਼ ਗਰਾਵੇ, ਆਕਾਸ਼ ਚੜ ਕੇ ਫਿਰ ਪੌੜੀ ਹੈ ਨਹੀਂ ਥੱਲੇ ਉਤਰਨ ਵਾਲੀ, ਗਰਾਵਾ ਥੱਲੇ ਬਚਣਾ ਕੱਖ ਨਹੀਂ। ਇਸ ਕਰਕੇ ਤਪੋ ਰਾਜ ਰਾਜੋ ਨਰਕ। ਕਿਸੇ ਹਿਸਾਬ ਨਾਲ ਕਹਿੰਦੇ ਨੇ ਵੀ ਸਾਡੇ ਦੋਏ ਇਕੱਠੀਆਂ ਨੇ, ਗੁਰਮਤਿ ਦੋਏ ਇਕੱਠੀਆਂ ਕਿੱਥੇ ਨੇ? ਰਾਜ ਔਰ ਧਰਮ ਕਿੱਥੇ ਇਕੱਠੇ ਨੇ? ਜਿਹੜਾ ਰਾਜ ਔਰ ਧਰਮ ਇਕੱਠੇ ਨੇ ਉਹ ਹੋਰ ਹੈ, ਕੋਈ ਹਰ ਸਮਾਨ ਨਹੀਂ ਰਾਜਾ, ਉਹ ਰਾਜ ਹੋਰ ਹੈ। ਉਹ ਵਿਸ਼ਨੂੰ ਨੂੰ ਔਰ ਸ਼ਿਵ ਜੀ ਨੂੰ ਰੱਦ ਕੀਤਾ ਹੋਇਆ ਉੱਥੇ, ਉਹ ਰਾਜ ਯੋਗ ਹੈ। ਉਹ ਰਾਜ ਯੋਗ ਦੀ ਗੱਲ ਹੈ, ਹੁਕਮ ਦੇ ਵਿੱਚ ਸਮਾ ਗਿਆ। ਰਾਜ ਕਿਹਦਾ? ਹੁਕਮ ਦਾ ਰਾਜ, ਹਾਕਮ ਦੇ ਵਿੱਚ ਚਲਿਆ ਗਿਆ, ਰਾਜਾ ਹੀ ਹੈ। ਯੋਗ ਹੈ ਜੁੜਿਆ ਹੋਇਆ, ਏਕਤਾ। ਯੋਗ ਦਾ ਮਤਲਬ ਹੈ ਏਕਤਾ, ਸੱਚਖੰਡ ਦੀ ਏਕਤਾ ਦੇ ਨਾਲ ਇੱਕ ਸੁਰ ਹੈ, ਯੋਗ ਹੈ। ਸੁਰ ਹੈ, ਇੱਕ ਸੁਰ ਹੈ ਸਾਰਿਆਂ ਨਾਲ, ਯੋਗ ਹੈ ਜੁੜਿਆ ਹੋਇਆ ਸਾਰਿਆਂ ਨਾਲ, ਵੱਖਰਾ ਨਹੀਂ ਰਿਹਾ। ਹੁਣ ਵਿਚਾਰਧਾਰਾ ਵੱਖਰੀ ਨਹੀਂ ਰਹੀ। ਯੋਗ ਦਾ ਮਤਲਬ ਵਿਚਾਰਧਾਰਾ ਸਮਾ ਜਾਣੀ ਵਿੱਚ, ਯੋਗ ਹੈ। ਯੋਗ ਪਿਆ ਤੇਰਾ ਕੀਰਤਨ ਗਾਈ, ਯੋਗ ਬਣਿਆ, ਸੌਰੀ ਫਿਰ ਯੋਗ ਤੇ ਤਾਂ ਬਣਿਆ। ਕੀਰਤਨ ਗਾਏ ਤੇ ਕੀਰਤਨ ਕਦ ਗਾਇਆ? ਜਾਂ ਨਾਮ ਪ੍ਰਗਟ ਹੋ ਗਿਆ ਤਾਂ ਬਣਿਆ, ਕਿਤੇ ਜਾ ਕੇ ਯੋਗ। ਯੋਗ ਪਹਿਲਾਂ ਹੀ ਬਣ ਗਿਆ। ਪਹਿਲੀ ਪੰਕਤੀ ਕੀ ਹੈ? ਤੇਰੇ ਨਾਮ ਬਣਾਈ ਰਾਜ ਲੀਲਾ ਤੇਰੇ ਨਾਮ। ਹਾਂ, ਰਾਜ ਵੀ ਆ ਗਿਆ, ਯੋਗ ਵੀ ਆਇਆ। ਰਾਜ ਲੀਲਾ ਤੇਰੇ ਨਾਮ ਬਣਾਈ, ਰਾਜ ਲੀਲਾ ਪਹਿਲਾਂ ਬਾਲਕ ਦੀ ਲੀਲਾ ਛੱਡ ਕੇ ਰਾਜ ਲੀਲਾ ਹੋਈ ਹੈ। ਹੁਣ ਜੇ ਬਾਲਕ ਲੀਲਾ ਸੀ ਨਾ, ਮਨ ਦੀ ਮਰਜ਼ੀ ਬਾਲ ਲੀਲਾ, ਸਰਵ ਸੁਖਾ ਬਣੇ ਤੇਰੇ। ਬਾਲਕ ਮਰੇ ਬਾਲਕ ਕੀ ਲੀਲਾ। ਇਹ ਮਰਦਾ ਕਿਵੇਂ ਮਨ? ਇਹ ਆਪਣੀ ਲੀਲਾ ਦੇ ਵਿੱਚ, ਕ੍ਰਿਸ਼ਨ ਲੀਲਾ 'ਚ ਮਰਦਾ ਹੈ। ਜਿਹੜੀ ਕ੍ਰਿਸ਼ਨ ਲੀਲਾ ਹੈ ਨਾ, ਬਾਲਕ ਲੀਲਾ ਹੈ, ਮਰਦਾ ਹੈ ਆਪਣੀ ਲੀਲਾ ਦੇ ਵਿੱਚ। ਜੇ ਅੰਦਰਲੇ ਦੀ ਲੀਲਾ ਹੈ ਤੇ ਰਹਿੰਦਾ ਰਾਜ ਲੀਲਾ 'ਚ ਰਹਿੰਦਾ। ਜੇ ਪਰਮੇਸ਼ਰ ਦਾ ਰਾਜ ਲੀਲਾ ਕਿਆ ਹੁਕਮ ਦੇ ਵਿੱਚ ਰਹਿੰਦਾ? ਰਾਜ ਲੀਲਾ ਪਹਾੜੇ 'ਚ ਰਹਿਣਾ, ਰਾਜ ਲੀਲਾ ਜੋ ਆ ਚੱਲ ਰਹੀ ਹੈ, ਰਾਜ ਲੀਲਾ ਭਾਣਾ ਚੱਲ ਰਿਹਾ ਹੈ। ਸਭ ਕੁਛ ਵਰਤੇ ਤੇਰਾ ਭਾਣਾ, ਇਹ ਰਾਜ ਲੀਲਾ। ਰਾਜ ਲੀਲਾ ਕਿਵੇਂ ਬਣੀ? ਇੱਥੇ ਤੱਕ ਕਿਵੇਂ ਬਣਿਆ? ਇੱਥੇ ਤੱਕ ਗਿਆਨ ਨੇ ਪਹੁੰਚਾਤਾ। ਭਾਣਾ ਮੰਨਣ ਦੀ ਸਮਰੱਥਾ ਤਾਂ ਹੋ ਗਈ ਗੁਰਬਾਣੀ ਦੀ ਸੋਝੀ ਨਾਲ। ਪਰ ਅਵਿਨਾਸ਼ੀ ਰਾਜ ਕਦ ਹੋਇਆ? ਅਵਿਨਾਸ਼ੀ ਰਾਜ ਹੋਇਆ, ਯੋਗ ਹੋਇਆ ਜਦ ਸ਼ਬਦ ਦੇ ਵਿੱਚ ਸਮਾ ਗਿਆ। ਸੁਰ ਸ਼ਬਦ ਭਵ ਸਾਗਰ ਤਰੀਆ। ਫਿਰ ਕੀਰਤਨ ਵੀ ਗਾਇਆ, ਜਦ ਸੁਣਿਆ ਤਾਂ ਗਾਇਆ, ਜਾਂ ਦੇਖਾਂ ਤਾਂ ਕਰਾਂ।
ਜਦ ਦਿਖਿਆ ਕੁਛ ਸੁਣਿਆ ਕੁਛ ਫਿਰ ਗਾਇਆ। ਇਸ ਵੇਲੇ ਜਾ ਕੇ ਪੰਕਤੀਆਂ ਸੋਲਵ ਹੋਣਗੀਆਂ, ਐਵੇਂ ਥੱਲੇ ਕਿੱਥੇ ਸੋਲਵ ਹੋ ਜਾਣਗੀਆਂ। ਕਿਸੇ ਖਾਸ ਸਟੇਜ ਦੀ ਗੱਲ ਹੈ, ਉਹ ਸਟੇਜ ਤੇ ਜਾ ਕੇ ਗੱਲ ਦਾ ਪਤਾ ਲੱਗੂ ਕੀ ਕਹੀਏ ਕਿਹਨੂੰ ਕਹੀਏ। ਸਰਬ ਸੁਖਾ ਬਣੇ ਤੇਰੇ ਓਲੇ ਭਰਮ ਕੇ ਪੜਦੇ ਸਤਿਗੁਰ